ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਐਸੇ ਪੀ ਬਹੁ ਕੋ ਕਲਿਆਣ, ਕਲਿਆਣਾ। ਭਏ ਜਗਤ ਕੇ ਬੰਧਨ ਹਾਨਾ। ਐਸੇ ਪੀ ਬਹੁ ਕੋ ਕਲਿਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜੋ ਇਸ ਕਲਯੁਗ ਦੇ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਵਰ ਦੀ ਰਚੀ ਹੋਈ ਇਹ ਜੇ ਰਚਨਾ ਹੈ, ਜਿਹਦੇ ਵਿੱਚ 84 ਲੱਖ ਜੂਨਾਂ ਅਤੇ ਜਨਮ ਮਰਨ ਦਾ ਆਵਾਗਾਉਣ ਦਾ ਚੱਕਰ ਵਾਹਿਗੁਰੂ ਜੀ ਨੇ ਆਪਣੀ ਇਸ ਸ੍ਰਿਸ਼ਟੀ ਦਾ ਪ੍ਰਕਿਰਤੀ ਦੇ ਸਹਿਤ ਬਣਾਇਆ ਹੋਇਆ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਜਿਹੜਾ ਆਵਾਗਾਉਣ ਦਾ ਚੱਕਰ ਹੈ, ਇਹਦੇ ਵਿੱਚੋਂ ਕਿਸ ਤਰੀਕੇ ਨਾਲ ਨਿਕਲ ਕੇ ਸਦਾ ਸੁਖੀ ਹੋ ਸਕੀਦਾ ਹੈ। ਇਸ ਲਈ ਮੇਰੇ ਹਜ਼ੂਰ ਪਾਤਸ਼ਾਹ ਜੀ ਨੇ ਸਿੱਖੀ ਦਾ ਮਾਰਗ ਪ੍ਰਗਟ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਵਿੱਚ ਜੋ ਬਖਸ਼ਿਸ਼ ਪਾਈ ਹੈ, ਗੁਰਸਿੱਖੀ ਨੂੰ ਦੇਖ ਕੇ ਜੋ ਵੀ ਕੋਈ ਧਰਮੀ ਪੁਰਸ਼ ਹੈ, ਸੋ ਉਹ ਜਦੋਂ ਪ੍ਰਭਾਵਿਤ ਹੁੰਦਾ ਹੈ ਤੇ ਉਹਦੇ ਅੰਦਰ ਆਪਣੇ ਆਪ ਇੱਕ ਸਦਰ ਪੈਦਾ ਹੁੰਦੀ ਹੈ ਕਿ ਜਿਸ ਗੁਰੂ ਦੇ ਸਿੱਖਾਂ ਦੇ ਵਿੱਚ ਐਸੀ ਬਰਕਤ ਹੈ ਤੇ ਮੈਂ ਵੀ ਉਸ ਗੁਰੂ ਦਾ ਸਿੱਖ ਬਣਾ। ਇਹ ਚਾਉ ਜਿਹੜਾ ਹੈ, ਇਹ ਸਿੱਖ ਦੇ ਜੀਵਨ ਤੋਂ ਅੱਗੇ ਜਿਹੜਾ ਪ੍ਰਭਾਵਿਤ ਕਰਦਾ ਹੈ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਭਾਈ ਮਰਦਾਨੇ ਜੀ ਦੇ ਘਰ ਬੱਚੀ ਦੀ ਸ਼ਾਦੀ ਹੈ। ਗੁਰੂ ਸਾਹਿਬਾਂ ਦੇ ਕੋਲ
ਬੱਚੀ ਦੀ ਸ਼ਾਦੀ ਵਾਸਤੇ ਸਮਾਨ ਲਈ ਬੇਨਤੀ ਕਰਨ ਵਾਸਤੇ ਸੁਲਤਾਨਪੁਰ ਪਹੁੰਚਾ ਮਰਦਾਨਾ। ਗੁਰੂ ਸਾਹਿਬ ਨੇ ਆਪਣੇ ਸਿੱਖ ਭਾਈ ਭਗੀਰਥ ਨੂੰ ਭੇਜਿਆ ਹੈ ਬਈ ਇੱਥੋਂ ਸਮਾਨ ਨਹੀਂ ਸਾਰਾ ਮਿਲਣਾ, ਵੱਡਾ ਸ਼ਹਿਰ ਲਾਹੌਰ ਹੈ, ਲਾਹੌਰ ਜਾ ਕਰਕੇ ਸਾਰਾ ਸਮਾਨ ਜਿਹੜਾ ਹੈ, ਜੋ ਵੀ ਸਮੱਗਰੀ ਹੈ ਸਾਰੀ ਲਿਖਾ ਲਓ ਤੇ ਲਿਆਓ। ਭਾਈ ਭਗੀਰਥ ਜੀ ਗਏ ਨੇ, ਇੱਕ ਸ਼ਾਹੂਕਾਰ ਦੀ ਵੱਡੀ ਦੁਕਾਨ ਤੱਕ ਕਰਕੇ ਅੰਦਾਜ਼ਾ ਲਾਇਆ ਵੀ ਸਾਰਾ ਸਮਾਨ ਇੱਥੋਂ ਮਿਲੇਗਾ। ਉਸ ਨੂੰ ਜਾ ਕੇ ਸਾਰੀ ਗੱਲ ਦੱਸੀ ਹੈ। ਸ਼ਾਹੂਕਾਰ ਨੇ ਉਹ ਜੋ ਬਣਿਆ ਹੋਇਆ ਪਰਚਾ ਸੀ ਲੈ ਕੇ ਪੜ੍ਹ ਲਿਆ, ਵਿਸ਼ਵਾਸ ਦਿੱਤਾ ਕਿ ਸਾਰਾ ਕੁਝ ਮਿਲ ਜਾਏਗਾ। तो भाई साहब जी कहन लगे ठीक है। तो कहते अज तो हुण शामां पै गईयां, आराम करो, कल नूं तुहानूं असीं सारा समान जिहड़ा है वो पैदा कर देंगे। जदों समान की गल आई तो कहन लगा भी बाकी सारा समान जिहड़ा मिल जाएगा, पर जिहड़ा चूड़ा तुसीं कहने वधिया चाहीदा वो नहीं मिलना, ਉਹਦੇ वास्ते एक रात होर ठहरना पऊ। तो यह भाई भगीरथ जी कहन लगे ने कि एक रात तो वध मैं रह नहीं सकता, जे अगर एक रात मैं वध रह गया तो मेरा तो सारा जन्म व्यर्थ हो जाना। शाहूकार ने पूछा भी कारण, सारी गल दसी भी धन गुरु नानक साहब का हुक्म एक रात का है। शाहूकार ने गल की कि बथेरे देखे ने साध, पर गुरसिख ने कहा भाई ये जिहड़ा साध है इहो ही है, इहदे वर्गा होर कोई नहीं। ਉਹਦੇ मन में शरधा जागी है शाहूकार दे, कहंदा जे अगर ऐसा ही गुरु है तो फिर तो मैं भी लभदा, मैं भी कल्याण चाहुंदा। तो भाई भगीरथ दी सिर्फ उतनी क संगत तो ही ये मनसुख शाहूकार जिहड़ा शरधालू बनिया, गुरु नानक दे दर्शनां लई पहुंचा सुल्तानपुर साहब, परख कीती, गुरु पूरे उतरे, ये गुरु दा सिख बनिया, वपारी सी। ये अपना जहाज लद के बड़ा व्यापार करने वास्ते संगलादीप लंका विच पहुंचा। उथों दे राजे शिवनाभ दे नाल इस दा मिलाप होया। हुण राजा शिवनाभ जिहड़ा है भाई मनसुख गुरसिख दे जीवन तो प्रभावित होकर गुरु नानक दे दर्शनां दा शरधालू बनिया। सतगुरु नानक साहब ने बख्शिश की, उस दी नगरी दे विच जाके चरण पाए ने, बख्शिश की है। सो इसने सो बहुत जिस वेले प्यार किया, गुरु पातशाह जी गए ने, किरपा की सतगुरां ने, धर्मसाल बनवाई, सत्संग शुरू किया है। इसने पूछा गरीब नवाजी किरपा करो, जीवन सफल होवे, मेरे ते किरपा करो। गुरु साहब ने कहा भी दो रस्ते ने परमेश्वर नूं मिलण दे, जीवन सफल करन दे। एक महाराज कहंदे कष्ट योग है, एक भगत योग है। कष्ट योग हठ योग जिहड़ा है एक उहदे नाम ने, कहा भी असी तेनों दोनों ही दस देने आ, जिहड़ा तैनूं सौखा लगेगा धारण कर लवे। तो इस तरीके दे नाल मेरे सतगुरु पातशाह जी ने बख्शिश करके तो क्या कष्ट योग हठ योग जो जिस तरह गोरखनाथ दे शागिर्द जिहड़े ने पतंजलि वाले, उन्हां दा योग दा इह तरीका है। उहदा दस्सिया कि 8 अंग योग दे ने, और जिहड़ा इन्हां नूं कमाउंदा है वो जोगी बनदा है। ते उहदे विच कहा सी कि पहला है जम, नेम, एकांत देश, प्राणायाम, फिर धारणा, ध्यान, समाधि। इस तरीके दे नाल सो इन्हां दा बेरवा जिहड़ा असीं पिछले दीवानां विच बेरवे दे सहित जाणिया है। जिहड़ा जम है 10 किस्म दा है, जिहड़ा नेम है वह भी अगे 10 किस्म दा है। फिर एकांत देश है, सो जिहड़ा प्राणायाम है वह विधि पूर कुकुंभ रेचक करमाता बाणी विच भी जिक्र आउंदा है, तो उहदे बारे भी समझाया गया। फिर इस तरीके दे नाल सो जिहड़ा है फिर ध्यान लाउणा, आसन लाउणा, आसन, धारणा, ध्यान ते समाधि दा जिक्र जिहड़ा सी ਉਹਦੇ ਵਿੱਚ ਦੱਸਿਆ भी ਜਿਹੜੇ इस तरह योग की साधना करते हैं, सो इस प्रकार जोगी जितना समा योग अरुण बिरती करदा, समाधि लाउंदा, उतना चिर उसनूं आनंद है। और जिस वेले उस दी बिरती उथान समाधि खोलदा है, उस तो बाद गुरबाणी विच मन जोड़ लवे, इस तरह भी बहुतियां दा उधार हो जाता है। इस तो अगे फिर सब सतगुरु पातशाह जी की रसना तो कवि जी लिख रहे हैं
ਕਿ ਜਿਹੜਾ ਭਗਤ ਯੋਗ ਹੈ, ਜੋ ਸਾਡਾ ਗੁਰਸਿੱਖੀ ਦਾ ਰਸਤਾ ਹੈ, ਉਹੀ 8 ਅੰਗਾਂ ਦੁਆਰਾ ਤੋਂ ਗੁਰਸਿੱਖੀ ਦੇ ਅੰਦਰ ਭਗਤੀ ਕਿਵੇਂ ਹੈ, ਉਸ ਦਾ ਜ਼ਿਕਰ ਜਿਹੜਾ ਹੈ ਇਸ ਤਰੀਕੇ ਨਾਲ ਪ੍ਰਸੰਗ ਦੇ ਵਿੱਚ ਆ ਰਿਹਾ ਹੈ। ਆਓ ਪਿਆਰ ਪੂਰਵਕ ਧਰਮ ਦੀ ਧਾਰਨਾ, ਨਾਮ ਦਾ ਅਭਿਆਸ, ਜਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੁੰਦੀ ਹੈ ਇਤਿਹਾਸ ਦੇ ਵਿੱਚੋਂ, ਇਹ ਸਾਡੇ ਜੀਵਨ ਨੂੰ ਸੇਧ ਦੇਣ ਵਾਸਤੇ ਸੋ ਬਖਸ਼ਿਸ਼ ਹੋ ਰਹੀ। ਆਓ ਪਿਆਰ ਪੂਰਵਕ ਭਗਤ ਯੋਗ ਹੈ ਜੋ ਉਸ ਦਾ ਵੇਰਵਾ ਆਪਾਂ ਭਲੀ ਪ੍ਰਕਾਰ ਜਿਹੜਾ ਹੈ ਸੋ ਪ੍ਰਸੰਗ ਦੇ ਵਿੱਚੋਂ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ ਦੋਹਰਾ ਧਿਆਤਾ ਧਿਆਨ ਸੋ ਧੇ। ਤੋ ਕਹਿੰਦੇ ਭਈ ਜਿਹੜਾ ਧਿਆਤਾ ਹੈ, ਧਿਆਨ ਹੈ ਤੇ ਧੇ ਹੈ, ਇਹ ਜਿਹੜਾ ਇਸ ਪ੍ਰਕਾਰ ਇਹ ਜਦੋਂ ਤੱਕ 3 ਬਣੇ ਰਹਿੰਦੇ ਨੇ। ਕਿਹਾ ਸੀ ਸਮਾਧੀ ਜਿਹੜੀ ਆ 2 ਪ੍ਰਕਾਰ ਦੀ ਹੈ, ਇੱਕ ਸਾਵਿਕਲਪ ਸਮਾਧੀ ਹੈ, ਇੱਕ ਨਿਰਵਿਕਲਪ ਸਮਾਧੀ ਹੈ। ਜਦੋਂ ਕੋਈ ਵੀ ਅਭਿਆਸੀ ਜਿਹੜਾ ਹੈ ਕਹਿੰਦਾ ਕਿ ਮੈਂ ਧਿਆਨ ਜੋੜਦਾ, ਧਿਆਤਾ ਮੈਂ ਧਿਆਨ ਕਰਨ ਵਾਲਾ ਹਾਂ, ਮੇਰਾ ਧਿਆਨ ਤੇ ਜਿਹਦੇ ਵਿੱਚ ਮੈਂ ਧਿਆਨ ਜੋੜਦਾ ਹਾਂ, ਇਸ ਪ੍ਰਕਾਰ ਇਹ 3 ਇਹਨੂੰ ਤ੍ਰਿਕੁਟੀ ਕਹੀਦਾ ਹੈ। ਜਦੋਂ ਤੱਕ ਇਹ ਤਿੰਨੇ ਬਣੇ ਰਹਿੰਦੇ ਹਨ, ਜੋ ਪ੍ਰਿਥਕ ਪ੍ਰਿਥਕ ਇੱਕ ਜਾਨ, ਇਹ ਜਦੋਂ ਤੱਕ ਵੱਖਰੇ ਵੱਖਰੇ ਕਰਕੇ ਜਾਣਦਾ ਹੈ ਕੋਈ, ਸੋ ਸਾ ਵਿਕਲਪ ਕਹਿਤ ਹੈ, ਉਸ ਨੂੰ ਸਾ ਵਿਕਲਪ ਸਮਾਧੀ ਕਹੀਦਾ ਹੈ। ਜੋਗੀ ਪੁਰਖ ਸੁਜਾਨ, ਸਿਆਣੇ ਜੋਗੀ ਪੁਰਸ਼ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਇਸ ਨੂੰ ਸਾ ਵਿਕਲਪ ਸਮਾਧੀ ਕਹਿੰਦੇ ਹਨ। ਚਉਪਈ ਆਪ ਭਿੰਨ ਨਹਿ ਭਿੰਨ ਧਿਆਨਾ। ਤੋ ਆਪ ਜਿਸ ਵੇਲੇ, ਇਸ ਤੋਂ ਅਗਲੀ ਗੱਲ, ਜਿਸ ਵੇਲੇ ਧਿਆਨ ਵਿੱਚ ਜੁੜਨਾ ਤੇ ਜਿਸ ਦਾ ਧਿਆਨ ਕਰਨਾ ਤੇ ਆਪਣਾ ਧਿਆਨ ਤੇ ਆਪਣਾ ਆਪਾ ਜਿਹੜਾ ਹੈ ਜਦੋਂ ਇੱਕੋ ਹੀ ਰੂਪ ਹੋ ਜਾਵਣ, ਤੇ ਸਭ ਬ੍ਰਹਮ ਰੂਪ ਕਰ ਜਾਣਾ। ਤਾਂ ਧੇ ਦੇ ਵਿੱਚ ਹੀ ਭਾਵ ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਜਾਂ ਸ਼ਬਦ ਦਾ ਧਿਆਨ ਕਰਨਾ ਤੇ ਸ਼ਬਦ ਰੂਪ ਹੀ ਹੋ ਜਾਵੇ, ਆਪਣਾ ਆਪ ਵੱਖਰਾ ਨਾ ਰਵੇ। ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਤਾਂ ਨਿਰਵਿਕਲਪ ਸੋ ਲਖੋ ਸਮਾਦ, ਇਸ ਨੂੰ ਨਿਰਵਿਕਲਪ ਸਮਾਧੀ ਕਹੀਦਾ ਹੈ। ਐਸੇ ਅਸ਼ਟ ਅੰਗ ਤਨ ਸਾਧ, ਇਸ ਤਰੀਕੇ ਦੇ ਨਾਲ 8 ਅੰਗ ਜਿਹੜੇ ਹਨ ਇਹ ਸਾਧੇ ਜਾਂਦੇ ਹਨ। ਬ੍ਰਿਤ ਅਰੂੜ ਜੋਗ ਮਹਿ ਜੋ ਲਓ। ਜਦੋਂ ਤੱਕ ਜੋਗ ਦੇ ਵਿੱਚ ਬਿਰਤੀ ਅਰੂੜ, ਬਿਰਤੀ ਜਦੋਂ ਤੱਕ ਜੁੜੀ ਰਹਿੰਦੀ ਹੈ ਸਮਾਧੀ ਵਿੱਚ, ਲੇ ਤਾਹੇ ਕੋ ਰਸ ਸੁਭ ਤੋ ਲਓ। ਉਦੋਂ ਤੱਕ ਹੀ ਜੋਗੀ ਜਿਹੜਾ ਉਸ ਦਾ ਰਸ ਆਨੰਦ ਸਵਾਦ ਮਾਣਦਾ ਹੈ। ਉਤਰੇ ਬ੍ਰਿਤ ਜੋਗ ਤੇ ਜਬ ਹੀ, ਜਦੋਂ ਬਿਰਤੀ ਜੋਗ ਤੋਂ ਕਹਿੰਦੇ ਨੇ ਉਥਾਨ ਹੁੰਦੀ, ਜਦੋਂ ਸਮਾਧੀ ਖੋਲਦਾ ਹੈ ਜੋਗੀ, ਗੁਰੂ ਬਾਣੀ ਸੋ ਪਰਚਹਿ ਤਬ ਹੀ। ਚਾਹੀਦਾ ਕਿ ਉਦੋਂ ਗੁਰੂ ਦੀ ਬਾਣੀ ਵਿੱਚ ਜੁੜ ਜਾਵੇ, ਨਹੀਂ ਤੇ ਮਹਾਂਪੁਰਖ ਦੱਸਿਆ ਕਰਦੇ ਜਿੰਨਾ ਚਿਰ ਜੋਗੀ ਸਮਾਧੀ ਵਿੱਚ ਆ ਉਹਨਾਂ ਚਿਰ ਉਹਨੂੰ ਆਨੰਦ ਹੈ। ਜਦੋਂ ਸਮਾਧੀ ਖੋਲ ਲੈਂਦਾ ਫਿਰ ਜਿਹੋ ਜਿਹਾ ਆਮ ਮਨੁੱਖ ਆ ਉਹੋ ਜਿਹਾ ਹੀ ਹੋ ਜਾਂਦਾ ਹੈ। ਐਸੇ ਪੀ ਬਹੁ ਕੋ ਕਲਿਆਣਾ, ਇਸ ਤਰ੍ਹਾਂ ਵੀ ਬਹੁਤ ਜੀਵਾਂ ਦਾ ਕਲਿਆਣ ਹੋ ਜਾਂਦਾ ਹੈ। ਭਾਈ ਜਗਤ ਕੇ ਬੰਧਨ ਹਨ, ਉਹ ਭਾਈ ਜਗਤ ਦੇ ਬੰਧਨ ਉਹਨਾਂ ਦੇ ਨਾਸ ਹੋ ਜਾਂਦੇ ਹਨ। ਦੂਜਾ ਭਗਤ ਜੋਗ ਕੋ ਪੰਥਾ, ਦੂਸਰਾ ਜਿਹੜਾ ਹੈ ਭਈ ਭਗਤੀ ਯੋਗ ਦਾ ਰਸਤਾ ਹੈ। ਸੁਣੋ, ਅਸ਼ਟ ਅੰਗ ਤੇਹ ਭਾਖਤ ਗ੍ਰੰਥਾ, ਗ੍ਰੰਥਾਂ ਵਿੱਚ ਉਸ ਦੇ 8 ਅੰਗ ਜਿਹੜੇ ਹਨ ਕਥਨ ਕੀਤੇ ਹਨ। ਪ੍ਰਥਮ ਜਮ ਮਨ ਰਾਖਨ ਨੀਮਾ। ਹੁਣ ਜਿਹੜੇ ਉਹ ਨਾਮ ਉਹੀ ਨੇ ਤੇ ਉਹਨਾਂ ਦਾ ਅਮਲ ਕਿਸ ਤਰ੍ਹਾਂ ਹੈ। ਕਹਿੰਦੇ ਜਿਹੜਾ ਜਮ, ਹੁਣ ਭਗਤ ਜੋ ਭਗਤੀ ਕਰਨ ਦੇ ਵਿੱਚ ਜਮ ਕਿਸ ਨੂੰ ਕਹੀਦਾ, ਪਹਿਲਾ ਨਿਯਮ ਤੋਂ ਕਹਿੰਦੇ ਜਿਹੜਾ ਮਨ ਨੂੰ ਨੀਵਾਂ ਰੱਖਣਾ ਹੈ, ਨਿਮਰਤਾ ਵਿੱਚ ਮਨ ਨੂੰ ਰੱਖਣਾ, ਇਹ ਜਮ ਪਹਿਲਾ ਨਿਯਮ ਹੈ। ਨਿਜ ਗੁਣ ਤੇ ਨਿਰਮਾਨ ਸਦੀਵਾ, ਜੋ ਆਪਣੇ ਗੁਣ ਵਾਹਿਗੁਰੂ ਦੇ ਬਖਸ਼ੇ ਹੋਏ ਨੇ ਉਹਨਾਂ ਤੋਂ ਨਿਰਮਾਣ ਰਹਿਣਾ, ਉਹਨਾਂ ਦੇ ਮਾਣ ਵਿੱਚ ਨਾ ਆਉਣਾ। ਦੂਜੋ ਨੇਮ ਜਾਏ ਸਤ ਸੰਗਤ, ਤੇ ਦੂਸਰਾ ਜਿਹੜਾ ਹੈ ਨੇਮ, ਪਹਿਲਾ ਜਮ ਦੂਸਰਾ ਨੇਮ। ਨੇਮ ਹੈ ਕਿ ਨਿਯਮ ਬਣ ਜਾਵੇ ਕਿ ਨਿਤ ਨਿਯਮ ਦੇ ਨਾਲ ਸੰਗਤ ਵਿੱਚ ਜਾਣਾ ਹੀ ਜਾਣਾ ਹੈ। ਕਥਾ ਕੀਰਤਨ ਸੁਨ ਮਿਲ ਪੰਗਤ, ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਕਥਾ ਕੀਰਤਨ ਸੁਣਨਾ ਧਿਆਨ ਦੇ ਨਾਲ। ਦੋਹਰਾ ਪੜਨ ਸ਼ਕਤ ਜੇ ਹੋਵਈ, ਜੇ ਤਾਂ ਭਾਈ ਬਾਣੀ ਪੜ੍ਹਨ ਦੀ ਸਮਰੱਥਾ ਹੋਵੇ ਤਾਂ ਪੜਿਆ ਨੇਮ ਕਰ ਸੋਏ, ਨਿਯਮ ਦੇ ਨਾਲ ਬਾਣੀ ਨੂੰ ਪੜ੍ਹੇ ਪਾਠ ਕਰੇ। ਸੁਣਨ ਸ਼ਕਤ ਜੇ ਹੋਵਈ, ਜੇ ਸੁਣਨ ਦੀ ਸ਼ਕਤੀ ਹੋਵੇ ਸੁਣ ਸਕਦਾ ਹੈ ਤਾਂ ਸੁਣੈ ਸੋ ਇੱਕ ਮਨ ਹੋਏ, ਇਕਾਗਰ ਮਨ ਹੋ ਕਰਕੇ ਤੇ ਪਵਿੱਤਰ ਬਾਣੀ ਨੂੰ ਸੁਣੇ।
ਕਥਾ ਕੀਰਤਨ ਨੂੰ ਸੁਣੇ। ਚੌਪਈ ਤੀਜੋ ਦੇਸ਼ ਇਕੰਤ ਬਖਾਨੈ। ਤੀਸਰਾ ਜਿਹੜਾ ਨਿਯਮ ਹੈ ਉਹ ਹੈ ਇਕਾਂਤ ਦੇਸ਼। ਭਈ ਇਕਾਂਤ ਦੇਸ਼ ਜਿਹੜਾ ਇੱਧਰ ਗੁਰੂ ਪਾਤਸ਼ਾਹ ਦੀ ਸਤਸੰਗਤ ਵਿੱਚ ਭਗਤ ਯੋਗ ਵਿੱਚ ਇਹ ਜਿਹੜਾ ਹੈ ਉਹ ਕੀ ਹੈ ਦੱਸਦੇ ਹਨ। ਸਰਬ ਵਿਖੈ ਇੱਕ ਗੋਬਿੰਦ ਜਾਣੈ। ਸਾਰਿਆਂ ਵਿੱਚ ਇੱਕੋ ਇੱਕ ਗੋਬਿੰਦ ਅਕਾਲ ਪੁਰਖ ਪਰਮੇਸ਼ਵਰ ਨੂੰ ਜਾਣਨਾ ਵੀ ਸਭਨੀ ਘਟੀ ਸਭ ਸਹਿਬਨ ਘਟਨਾ ਕੋਈ। ਸਭਨਾਂ ਵਿੱਚ ਰੱਬ ਦੀ ਜੋਤ ਨੂੰ ਸਮਝਣਾ। ਔਰ ਦੂਸਰਾ ਲਖਈ ਨਾ ਨਾਹੀ। ਉਸ ਤੋਂ ਬਿਨਾਂ ਦੂਸਰਾ ਨਹੀਂ ਕੋਈ ਦੇਖਣਾ ਜਾਣਨਾ। ਏਕੋ ਵਿਆਪਕ ਸਭ ਘਟ ਮਾਹੇ। ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਸਭਨਾਂ ਵਿੱਚ ਵਿਆਪਕ ਜਾਣਨਾ ਹੈ। ਚੌਥੋ ਆਸਣ ਸਮਝੋ ਚਿਤ। ਤੇ ਚੌਥਾ ਜਿਹੜਾ ਹੈ ਉਹ ਹੈ ਆਸਣ। ਆਸਣ ਚਿੱਤ ਵਿੱਚ ਇਉਂ ਸਮਝੋ ਕਰੇ ਗੋਬਿੰਦ ਵਿਖਿਆ ਥਿਤ ਬ੍ਰਿਤ। ਆਪਣੀ ਬਿਰਤੀ ਨੂੰ ਗੋਬਿੰਦ ਵਾਹਿਗੁਰੂ ਪਰਮੇਸ਼ਰ ਵਿੱਚ ਸਥਿਤ ਕਰਨਾ ਟਿਕਾਉਣਾ ਹੈ। ਪੰਚਮ ਪ੍ਰਾਣਾ ਯਮੰ ਚੀਨ। ਤੋ ਚਿੰਨ ਜਾਣ ਲਓ ਜਿਹੜਾ ਪੰਜਵਾਂ ਹੈ ਉਹ ਹੈ ਪ੍ਰਾਣਾਯਾਮ। ਤੋ ਪ੍ਰਾਣਾਯਾਮ ਜਿਹੜਾ ਪੂਰਕ ਕੁੰਭਕ ਰੇਚਕ ਸਵਾਸ ਚੜਾਉਣ ਦੀ ਕਿਰਿਆ ਉਹਦੇ ਥਾਂ ਤੇ ਕੀ ਕਰਨਾ ਗੁਰਸਿੱਖ ਨੇ ਦੇਖੋ। ਪੂਰਕ ਕੁੰਭਕ ਰੇਚਕ ਤੀਨ। ਇਹ ਜਿਹੜੇ ਪੂਰਕ ਕੁੰਭਕ ਤੇ ਰੇਚਕ ਤਿੰਨ ਨੇ। ਇਹਦੇ ਵਿੱਚ ਦੱਸਿਆ ਸੀ ਪੂਰਕ ਕਿ ਸੱਜੇ ਨਾਸ ਦੁਆਰਾ ਸੋ ਸਵਾਸ ਲੰਬਾ ਖਿੱਚਣਾ ਤੇ 12 ਵਾਰ ਓੰਕਾਰ ਕਹਿਣਾ, 24 ਵਾਰ ਮੱਥੇ 'ਚ ਟਿਕਾਉਣਾ। ਖੱਬੇ ਨਾਸ ਦੁਆਰਾ 12 ਵਾਰੀ ਓੰਕਾਰ ਕਹਿ ਕਰਕੇ ਸਵਾਸ ਨੂੰ ਉਤਾਰਨਾ। ਜਦੋਂ ਸਵਾਸ ਉੱਪਰ ਚੜਾਉਣਾ ਇਹਨੂੰ ਕਹਿੰਦਾ ਪੂਰਕ। ਜਦੋਂ ਮੱਥੇ 'ਚ ਟਿਕਾਉਣਾ ਉਸ ਨੂੰ ਕਹਿੰਦਾ ਹੈ ਕੁੰਭਕ। ਜਦੋਂ ਖੱਬੀ ਨਾਸ ਤੋਂ ਉਤਾਰਨਾ ਇਹਨੂੰ ਕਹਿੰਦਾ ਰੇਚਕ। ਇਹ ਤਿੰਨ ਕਿਰਿਆ ਦਸੀਆਂ ਹਨ। ਦੋਹਰਾ ਪੂਰਕ ਗੁਰ ਕੇ ਬਚਨ ਸੁਣ। ਹੁਣ ਪੂਰਕ ਕੀ ਹੈ? ਪਰ ਜਦੋਂ ਸਵਾਸ ਚਾਂਤੜਾ ਪੂਰਕ ਤੋਂ ਭਾਵ ਹੈ ਵੀ ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣਨਾ ਹੈ। ਸਭੈ ਕਰਖ ਕਰ ਲੇ। ਤੇ ਇਸ ਤਰੀਕੇ ਨਾਲ ਸਭ ਤਰੀਕੇ ਨਾਲ ਧਿਆਨ ਨੂੰ ਖਿੱਚ ਲੈਣਾ ਹੈ। ਬਾਚ ਸੁਣ ਸਮਝੀ ਵਸਤ ਜੋ। ਗੁਰੂ ਦੇ ਬਚਨ ਧਿਆਨ ਨਾਲ ਸੁਣ ਕਰਕੇ ਆਪਣੇ ਅੰਦਰ ਖਿੱਚ ਪਾ ਲੈਣੀ। ਹੁਣ ਗੁਰੂ ਦੇ ਬਚਨਾਂ ਵਿੱਚ ਜਿਹੜੀ ਗੱਲ ਹੁਣ ਸਮਝ ਲਈ ਹੈ, ਜਿਸ ਨੂੰ ਸਮਝਿਆ ਹੈ, ਜੋ ਹਿਰਦੇ ਸਦਾ ਥਿਰ ਕੀ। ਉਸ ਨੂੰ ਹਿਰਦੇ ਵਿੱਚ ਟਿਕਾ ਲੈਣਾ। ਇਹ ਕੁੰਭਕ ਬਣ ਜਾਏਗਾ। ਗੁਰੂ ਦਾ ਬਚਨ ਸੁਣਨਾ ਧਿਆਨ ਦੇ ਨਾਲ ਤੇ ਇਹ ਜਿਹੜਾ ਹੈ ਸਾਡਾ ਪੂਰਕ ਹੋਵੇਗਾ। ਜੋ ਗੁਰੂ ਦੇ ਬਚਨਾਂ ਨੂੰ ਸਮਝਿਆ ਉਸ ਨੂੰ ਹਿਰਦੇ 'ਚ ਟਿਕਾਉਣਾ ਇਹ ਕੁੰਭਕ ਹੋਵੇਗਾ। ਚੌਪਈ ਕਰ ਅਭਿਆਸ ਨਾ ਤਿਹ ਪਰ ਹਰੈ। ਤੇ ਫਿਰ ਅਭਿਆਸ ਕਰਨਾ ਉਸ ਦਾ, ਉਸ ਨੂੰ ਤਿਆਗਣਾ ਨਹੀਂ ਹੈ। ਸਦਾ ਠਹਿਰਾਵਨ ਮਨ ਮੈਂ ਕਰੈ। ਸਦਾ ਹੀ ਮਨ ਵਿੱਚ ਉਸ ਨੂੰ ਟਿਕਾ ਕੇ ਜੋ ਰੱਖਣਾ ਹੈ। ਕੁੰਭਕ ਦੂਜੋ ਇਸੀ ਪ੍ਰਕਾਰਾ। ਤੋ ਇਸ ਪ੍ਰਕਾਰ ਇਹ ਦੂਜੀ ਪ੍ਰਕਾਰ ਦਾ ਹੈ। ਤੀਜੋ ਰੇਚਕ ਕਰੋ ਉਚਾਰਾ। ਤੀਸਰਾ ਰੇਚਕ ਕੀ ਹੈ? ਜਿਹੜਾ ਉਸ ਦਾ ਉਚਾਰਨ ਕਰਨਾ। ਸਤਿਗੁਰ ਬਚਨ ਜੋ ਤਜਨਾ ਕਹਾ। ਤੋ ਜਿਹੜਾ ਸਤਿਗੁਰੂ ਦਾ ਬਚਨ ਜਿਹੜਾ ਹੈ ਤਜਨਾ ਕਹਾ, ਜੋ ਗਿਆਨ ਮਹਾਰਾਜ ਨੇ ਬਚਨ ਕੀਤਾ ਵੀ ਆਹ ਚੀਜ਼ਾਂ ਤਿਆਗ ਦਿਓ, ਉਸ ਨੂੰ ਜਦੋਂ ਤਿਆਗਣਾ ਇਹ ਰੇਚਕ ਹੈ। ਜਾਂ ਇੰਜ ਕਹਿ ਲਓ ਵੀ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਕੁਰੈਤਾਂ ਦਾ ਤਿਆਗ ਕਿਹਾ ਇਹ ਸਾਡਾ ਰੇਚਕ ਹੈ ਵੀ ਆਹ ਕੰਮ ਨਹੀਂ ਕਰਨੇ। ਜਿਹੜੀਆਂ ਰਾਇਤਾਂ ਨੇ ਉਹ ਸਾਨੂੰ ਰੱਖਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਵੀ ਰਾਇਤਾਂ ਰੱਖਣੀਆਂ, ਉਹ ਸਾਡਾ ਕੁੰਭਕ ਹੈ। ਤੇ ਜਿਹੜਾ ਤਿਆਗਣ ਵਾਸਤੇ ਕਿਹਾ ਉਹ ਇਸ ਪ੍ਰਕਾਰ ਜਿਹੜਾ ਰੇਚਕ ਹੈ। ਦੇਹ ਤਜ ਦੇ ਹੋਤ ਸੁਖ ਮਹਾ। ਤੋ ਕਹਿੰਦੇ ਨੇ ਮਹਾਨ ਸੁਖ ਹੋਵੇਗਾ ਜੋ ਗੁਰੂ ਨੇ ਤਿਆਗਣ ਵਾਸਤੇ ਕਿਹਾ ਉਹਨਾਂ ਦਾ ਤਿਆਗ ਕਰ ਦੇਣਾ ਹੈ। ਕਸ਼ਟਮ ਧਿਆਨ ਅੰਗ ਸੁਣ ਜੈਸੇ। ਤੋ ਕਹਿੰਦੇ ਨੇ ਛੇਵਾਂ ਜਿਹੜਾ ਉਹ ਧਿਆਨ ਹੈ। ਤੇ ਧਿਆਨ ਦੀ ਗੱਲ ਸੁਣੋ। ਭਗਤ ਯੋਗ ਵਿੱਚ ਧਿਆਨ ਕੀ ਹੈ ਸੁਣੋ। ਪੜਨ ਸੁਨਨ ਗੁਰ ਬਚ ਜਬ ਬੈਸੇ। ਜਦੋਂ ਗੁਰੂ ਸਾਹਿਬ ਦੇ ਬਚਨਾਂ ਨੂੰ ਪੜਨ ਵਾਸਤੇ ਸੁਣਨ ਵਾਸਤੇ ਬੈਠਣਾ ਹੈ। ਸ਼ਬਦ ਅਰਥ ਮਹਿ ਰਾਖੈ ਧਿਆਨਾ। ਤੇ ਸ਼ਬਦ ਦੇ ਅਰਥਾਂ ਵਿੱਚ ਧਿਆਨ ਰੱਖਣਾ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਕਥਾ ਕੀਰਤਨ ਸੁਣਨਾ ਹੈ, ਕਹਿੰਦੇ ਉਸ ਵੇਲੇ ਧਿਆਨ ਭਗਤ ਯੋਗ ਦਾ ਕੀ ਹੈ ਵੀ ਜੋ ਸ਼ਬਦ ਦਾ ਕੀਰਤਨ ਹੋ ਰਿਹਾ, ਜੋ ਮਹਾਰਾਜ ਦਾ ਇਤਿਹਾਸ ਬਾਣੀ ਦੀ ਕਥਾ ਹੋ ਰਹੀ ਹੈ, ਉਹਦੇ ਅਰਥਾਂ ਵਿੱਚ ਧਿਆਨ ਰੱਖਣਾ ਇਹ ਸਾਡਾ ਧਿਆਨ ਹੈ। ਪੂਰਨ ਦੇ ਸੰਕਲਪ ਨ ਆਨਾ। ਤੇ ਜਿਸ ਵੇਲੇ ਇਉਂ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਨਾ, ਅਰਥਾਂ ਦੇ ਵਿੱਚ ਧਿਆਨ ਰੱਖਣਾ ਹੈ, ਉਦੋਂ ਫੁਰਨਾ ਨਾ ਹੋ ਰਿਹਾ ਵੇ ਮਨ ਦਾ ਟਿਕਾ। ਹੋਰ ਫੁਰਨਾ ਨਾ ਫੁਰੇ। ਸਪਤਮ ਹੈ ਧਾਰਨਾ ਅੰਗਾ। ਜਿਹੜਾ ਸਤਵਾਂ ਹੈ ਉਹ ਹੈ ਧਾਰਨਾ। ਤੋ ਧਾਰਨਾ ਕੀ ਕਰਨੀ ਹੈ? ਤਿਸ ਸਰੂਪ ਸੁਣੀਏ ਰੁਚ ਸੰਗਾ। ਉਹਦਾ ਸਰੂਪ ਜਿਹੜਾ ਹੈ ਬੜੇ ਰੁਚੀ ਨਾਲ ਪ੍ਰੇਮ ਦੇ ਨਾਲ ਸਰਵਣ ਕਰੋ। ਮਨ ਸੰਕਲਪ ਵਿਖਿਆ ਜੇ ਜਾਵਹਿ। ਜੇ ਮਨ
ਕੋਈ ਫੁਰਨਾ ਕਰਦਾ, ਸੰਕਲਪ ਉਠਾਉਂਦਾ ਹੈ ਕੌਣ ਤਾਂ ਮਨ ਰੋਕ ਸ਼ਬਦ ਮਹਿ ਲਾਵਹੀ। ਤੇ ਜਿਹੜਾ ਫੁਰਨਾ ਮਨ ਨੇ ਬਣਾਇਆ, ਜਿੱਧਰ ਜਾਂਦਾ ਉਹਨੂੰ ਵਿੱਚੇ ਰੋਕ ਦਿਓ, ਉਹਨੂੰ ਮੋੜ ਕੇ ਫਿਰ ਲਿਆਓ, ਫਿਰ ਸ਼ਬਦ ਵਿੱਚ ਟਿਕਾਓ ਇਸ ਨੂੰ। ਜਬ ਮਨ ਟਿਕਿਓ ਘਟੀ ਦੋ ਚਾਰਾ। ਜਦੋਂ ਇਸ ਤਰ੍ਹਾਂ 2 ਘੜੀਆਂ 4 ਘੜੀਆਂ ਮਨ ਟਿਕ ਜਾਏਗਾ, ਤਿਹ ਕੋ ਨਾਮ ਸਮਾਧਿ ਉਚਾਰਾ। ਜਿਸ ਵੇਲੇ ਮਨ ਟਿਕ ਗਿਆ, ਫੁਰਨਾ ਕੋਈ ਨਾ ਉੱਠੇ, ਮਨ ਹਿੱਲੇ ਨਾ, ਤੇ ਸਮਝੋ ਇਹਦਾ ਨਾਮ ਸਮਾਧੀ ਹੈ। ਇਹਨੂੰ ਸਮਾਧੀ ਕਹੀਦਾ ਹੈ। ਸ਼ਬਦ ਵਿਖਿਆ ਜਬ ਲੱਗੀ ਸਮਾਧ। ਇਹ ਜਦੋਂ ਇਸ ਤਰ੍ਹਾਂ ਸੰਬਦ ਦੇ ਵਿੱਚ ਸਮਾਧੀ ਲੱਗ ਗਈ, ਧਿਆਨ ਟਿਕ ਗਿਆ, ਤਿਸੇ ਤਾਂ ਵਧਾਵੈ ਤਨ ਮਨ ਸਾਧ। ਤਨ ਤੇ ਮਨ ਦੀ ਸਾਧਨਾ ਕਰਕੇ ਇਸ ਨੂੰ ਫਿਰ ਵਧਾਉਣਾ ਹੈ। ਭਾਵ ਕੀ ਹੈ ਕਿ ਜਦੋਂ ਮਨ ਟਿਕ ਗਿਆ, ਫੁਰਨਿਆਂ ਤੋਂ ਖਾਲੀ ਹੋ ਗਿਆ, ਉਦੋਂ ਮਹਾਂਪੁਰਖ ਕਿਆ ਕਰਦੇ, ਵੱਡੇ ਮਹਾਂਪੁਰਸ਼, ਕਿ ਭਾਵੇਂ 100 ਘੜਾ ਘਿਓ ਦਾ ਰੁੜ ਜਾਵੇ, ਉਦੋਂ ਮਨ ਨੂੰ ਹਿਲਾਉਣਾ ਨਹੀਂ, ਜਿੰਨਾ ਟਿਕਦਾ ਉਹਨੂੰ ਟਿਕਾਓ, ਨੂੰ ਵਧਾਓ ਹੋਰ। ਅਸ਼ਟਮ ਜਾਮ ਮਨ ਸ਼ਬਦ ਵਿਖਿਆ ਜਬ। ਤੋ ਕਹਿੰਦੇ ਨੇ ਭਾਈ, ਜਦੋਂ 8 ਪਹਿਰ ਇਸ ਪ੍ਰਕਾਰ ਸ਼ਬਦ ਵਿੱਚ ਮਨ ਟਿਕ ਜਾਵੇ, ਪੂਰਨ ਹੋਤ ਸਮਾਧ ਭਲੇ ਤਬ। ਇਹਨੂੰ ਪੂਰਨ ਸਮਾਧੀ ਕਹੇਦਾ। ਗੁਰੂ ਘਰ ਦੇ ਵਿੱਚ ਇਹਨੂੰ ਕਹੀਦਾ ਸਹਿਜ ਸਮਾਧੀ। ਭਾਵ ਕਿ ਜੋਗੀ ਤਾਂ ਧਿਆਨ ਲਾਉਂਦਾ ਹੈ ਤੇ ਸਮਾਧੀ ਦਾ ਆਨੰਦ ਮਾਣਦਾ ਹੈ। ਇੱਧਰ ਗੁਰੂ ਨਾਨਕ ਦੇ ਸਿੱਖ ਦੀ ਸਮਾਧੀ 8 ਪਹਿਰ, ਜਦੋਂ ਸੁਰਤ ਸ਼ਬਦ ਵਿੱਚ ਟਿਕ ਗਈ, 8 ਪਹਿਰ ਆਨੰਦ ਮਾਨਣਾ ਹੈ। ਦੋਹਰਾ ਭਗਤ ਜੋਗ ਇਹ ਜਾਣੀਏ। ਇਸ ਨੂੰ ਭਾਈ ਭਗਤ ਜੋਗ ਕਹੀਦਾ ਹੈ, ਜਾਣ ਲਓ। ਕਲ ਮਹਿ ਪੰਥ ਸੁਖੇਨ। ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚ ਸੌਖਾ ਹੈ ਇਹ ਪੰਥ ਰਸਤਾ, ਜਿਹੜਾ ਪਰਮੇਸ਼ਵਰ ਦੀ ਪ੍ਰਾਪਤੀ, ਇਹ ਸੌਖਾ ਰਸਤਾ ਹੈ। ਹਠ ਯੋਗ ਪੁਰਾਣਾ ਸਤਯੁਗ ਦੇ ਸਮੇਂ ਦਾ ਸੀ, ਜਦੋਂ ਸਰੀਰ ਬਲੀ ਹੁੰਦੇ ਸੀ। ਹੁਣ ਕਲਯੁਗ ਉਮਰ ਥੋੜੀ ਹੈ, ਸਰੀਰਾਂ ਦੇ ਬਲ ਘੱਟ ਨਾ, ਇਸ ਵਾਸਤੇ ਭਗਤ ਯੋਗ ਸੁਖੈਨ ਹੈ। ਕਸ਼ਟ ਜੋਗ ਦੁਸਤਰ ਆਹ। ਜਿਹੜਾ ਕਸ਼ਟ ਯੋਗ, ਜਿਹੜਾ ਹਠ ਯੋਗ ਹੈ, ਇਹ ਕਠਨ ਹੈ। ਹੋਏ ਨਾ ਜੀਨੰ ਕੈਨ। ਇਹ ਹਰੀ ਸਾਰੀ ਜਿਹੜਾ ਜੇਨੰ ਕੇਨੰ, ਜਿਹੜਾ ਕਿਹੜਾ ਇਸ ਨੂੰ ਨਹੀਂ ਕਮਾ ਸਕਦਾ। ਦੇਖਿਆ ਹੈ, ਸਾਡੇ ਅਭਿਆਸੀ ਜਨਾਂ ਨੇ ਦੱਸਿਆ ਹੈ ਕਿ ਕਈ ਲੋਕ ਕੋਸ਼ਿਸ਼ ਕਰਦੇ ਨੇ ਯੋਗ ਸਾਧਨਾ ਦੀ, ਪਰ ਉਹ ਕਈ ਵਾਰ ਕਿਉਂਕਿ ਉਸ ਦੇ ਪੂਰੇ ਉਸਤਾਦ ਮਿਲਦੇ ਨਹੀਂ, ਇਸ ਕਰਕੇ ਉਹਦੇ ਵਿੱਚ ਕੋਈ ਕਮੀ ਰਹਿਣ ਕਰਕੇ ਤੇ ਬਹੁਤ ਲੋਕ ਆਪਣਾ ਸਰੀਰ ਖਰਾਬ ਕਰ ਬੈਠਦੇ। ਇਸ ਵਾਸਤੇ ਐਸੇ ਕਈ ਦੇਖੇ ਨੇ ਅਭਿਆਸੀ, ਉਹ ਕੋਈ ਮਸਤਾਨਾ ਹੋ ਜਾਂਦਾ, ਕੋਈ ਕੁਛ ਹੋ ਜਾਂਦਾ, ਕੋਈ ਕੁਛ ਹੋ ਜਾਂਦਾ, ਕਿਉਂਕਿ ਸੋ ਇੱਕ ਤਾਂ ਸਮਾਂ ਉਹੋ ਜਿਹਾ ਨਹੀਂ ਹੈ, ਦੂਸਰਾ ਫਿਰ ਉਸ ਕਿਰਿਆ ਦਾ ਕੋਈ ਸਾਧਕ ਪੁਰਸ਼ ਮਿਲਦਾ ਨਹੀਂ, ਉਸਤਾਦ, ਜਿਹੜਾ ਕਿ ਸਹੀ ਢੰਗ ਨਾਲ ਉਸ ਨੂੰ ਕਰਾ ਸਕੇ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਇਹ ਭਗਤ ਯੋਗ ਜਿਹੜਾ ਹੈ ਇਹ ਸੌਖਾ ਹੈ, ਤੇ ਇਸ ਨੂੰ ਕਰਕੇ ਜੀਵਨ ਸਫਲ ਹੋ ਸਕਦਾ ਹੈ। ਚੌਪਈ ਸ੍ਰੀ ਮੁਖ ਤੇ ਸੁਨ ਸ੍ਰੀ ਗੁਰਮੁਖ ਤੇ ਸੁਨੇ ਉਪਦੇਸੂ। ਤੋ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਰਾਜਾ ਸ਼ਿਵਨਾਭ ਸੁਣ ਰਿਹਾ ਹੈ ਸੰਗਲਾ ਦੀਪ ਦੇ ਵਿੱਚ, ਤੇ ਇਸ ਪ੍ਰਕਾਰ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਨੇ। ਤੇ ਇਸ ਪ੍ਰਕਾਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਸਮਝਾ ਰਹੇ ਨੇ ਕਿ ਭਾਈ ਪਰਮੇਸ਼ਵਰ ਨੇ ਕਿ ਅਸੀਂ ਮਹਾਰਾਜ ਮੇਰਾ ਜੀਵਨ ਜਿਸ ਤਰ੍ਹਾਂ ਸਫਲ ਹੋ ਜਾਏ ਤੇ ਮੈਨੂੰ ਉਪਦੇਸ਼ ਦਿਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਨੇ ਜੀਵਨ ਸਫਲ ਕਰਨ ਵਾਸਤੇ, ਤੇ ਜੀਵਨ ਦੀ ਸਫਲਤਾ ਲਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਉਹਦੇ ਵਿੱਚ ਇਹ ਮਾਰਗ ਦਰਸਾ ਰਹੇ ਨੇ। ਸਾਡਾ ਜਿਹੜਾ ਮਾਰਗ ਹੈ ਉਹ ਇਹ ਭਗਤ ਯੋਗ ਹੈ, ਜਿਹੜਾ ਇਸ ਤਰੀਕੇ ਦੇ ਨਾਲ ਸਮਝਾਇਆ ਗਿਆ ਹੈ। ਕਹਿੰਦੇ ਇਹ ਕਲਯੁਗ ਵਿੱਚ ਸੌਖਾ ਹੈ, ਇਹ ਸੌਖਾ ਮਾਰਗ ਹੈ ਪਰਮੇਸ਼ਰ ਨੂੰ ਮਿਲਣ ਦਾ, ਇਹ ਸੌਖਾ ਧਰਮ ਹੈ। ਸ੍ਰੀ ਮੁਖ ਸ੍ਰੀ ਗੁਰਮੁਖ ਤੇ ਸੋਨੇ ਉਪਦੇਸੂ। ਸ਼੍ਰੋਮਣੀ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਪਦੇਸ਼ ਸਰਵਣ ਕਰਕੇ ਹਾਥ ਜੋੜ ਪਗ ਪਰਿਓ ਨਰੇਸ਼ੂ। ਹੱਥ ਜੋੜ ਕੇ ਰਾਜਾ ਜਿਹੜਾ ਸੀ ਸੋ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਹੈ। ਸਿੱਖਿਓ ਚਾਹਤ ਜੋਗ ਬਹੋਰੀ। ਚਾਹੁੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਵੀ ਜਿਹੜਾ ਵੀ ਤੁਸੀਂ ਕਿਰਪਾ ਕਰਕੇ ਮੈਨੂੰ ਸਿਖਾਉਣਾ ਚਾਹੁੰਦੇ ਹੋ, ਸੋ ਉਹ ਕਿਰਪਾ ਕਰਕੇ ਪਰਮੇਸ਼ਰ ਵਿੱਚ ਸੁਰਤ ਜੋੜਨ ਦੀ ਜੋ ਵੀ ਯੁਗਤ ਹੈ ਆਪ ਸਿਖਾਓ ਜੀ। ਹਿਰਦੇ ਲਾਲਸਾ ਜਾਹੇ ਨਾ ਥੋਰੀ। ਜਿਹਦੇ ਹਿਰਦੇ ਵਿੱਚ ਹੁਣ ਥੋੜੀ ਇੱਛਾ ਨਹੀਂ, ਪ੍ਰਬਲ ਇੱਛਾ ਹੈ ਕਿ ਮੇਰਾ ਮਨ ਹੁਣ ਜੁੜ ਜਾਏ ਵਾਹਿਗੁਰੂ ਪਰਮੇਸ਼ਵਰ ਦੇ ਵਿੱਚ, ਜੀਵਨ ਸਫਲਾ ਹੋ ਜਾਵੇ। ਦੋਹਰਾ ਸ੍ਰੀ ਗੁਰ ਪਦ ਨਖ ਕ੍ਰਾਂਤ ਜੋ। ਤੋ ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰਦੇ ਹਨ, ਤੇ ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੀ ਮਹਿਮਾ ਕਰ ਰਹੇ ਹਨ। ਕਹਿੰਦੇ ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਵਾਂ ਦੀ ਜੋ ਕ੍ਰਾਂਤੀ ਸੋਭਾ ਹੈ। ਦੋਹਰਾ ਸ੍ਰੀ ਪਦ ਨਖ ਕ੍ਰਾਂਤ ਜੋ ਚਿੰਤਾ ਮਨਹਿ ਸਮਾਨ। ਉਹ ਭਾਈ ਚਿੰਤਾਮਣੀ ਦੇ ਬਰਾਬਰ ਹੈ। ਚਿੰਤਾਮਣੀ
ਇੱਕ ਬਹੁਤ ਕੀਮਤੀ ਪਦਾਰਥ ਹੈ ਕੁਦਰਤੀ ਰਚਨਾ ਦੇ ਵਿੱਚ, ਜਿਹਦੇ ਕੋਲ ਉਹ ਚਿੰਤਾਮਣੀ ਹੋਵੇ। ਮਹਾਂਪੁਰਸ਼ ਦੱਸਦੇ ਜਿਸ ਤਰੀਕੇ ਦੇ ਨਾਲ ਆ ਸਾਡਾ ਕੱਚ ਦਾ ਬਲੌਰ ਹੋਵੇ, ਤਾਂ ਇਸ ਤਰ੍ਹਾਂ ਉਹਦਾ ਨਾਮ ਚਿੰਤਾਮਣੀ ਹੁੰਦੀ ਹੈ। ਔਰ ਜਿਸ ਨੂੰ ਇਸ ਪ੍ਰਕਾਰ ਚਿੰਤਾਮਣੀ ਜਿਹਦੇ ਕੋਲ ਹੋਵੇ, ਉਹ ਜਿਹੜੀ ਵੀ ਚਿੰਤਨ ਕਰੇ ਉਹਨੂੰ ਹੱਥ 'ਚ ਲੈ ਕੇ ਉਹਨੂੰ ਉਹੋ ਚੀਜ਼ ਉਸੇ ਵੇਲੇ ਮਿਲ ਜਾਂਦੀ ਹੈ, ਉਹਦੀ ਸ਼ੋਭਾ ਹੈ। ਤੋ ਕਵੀ ਜੀ ਕਹਿੰਦੇ ਮੇਰੇ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਜਿਹੜੇ ਸੋ ਚਰਨਾਂ ਦੇ ਨਹੁੰ ਨੇ, ਉਹਨਾਂ ਦੀ ਕ੍ਰਾਂਤੀ ਸ਼ੋਭਾ ਜਿਹੜੀ ਆ ਚਿੰਤਾਮਣੀ ਦੀ ਨਿਆਈ ਜਾਣ ਕਰਕੇ ਮੈਂ ਚਿਤਵੈ ਮੰਗਲ ਸਰਬਦਾ। ਤੋ ਕਹਿੰਦੇ ਨੇ ਭਾਈ ਮੈਂ ਸੋ ਗੁਰੂ ਸਾਹਿਬ ਦੇ ਚਰਨਾਂ ਨੂੰ ਚਿੰਤਾਮਣੀ ਸਮਝ ਕਰਕੇ ਜੋ ਵੀ ਖੁਸ਼ੀਆਂ ਸੁਧ ਮੈਂ ਚਿਤਵਨੀ ਕਰਦਾ ਹਾਂ। ਵਿਘਨ ਦੋਖ ਗਨ ਹਾਨ। ਤੇ ਸਾਰੇ ਹੀ ਵਿਘਨਾਂ ਨੂੰ ਮੇਰੇ ਸਤਿਗੁਰੂ ਜੀ ਦੋਸ਼ਾਂ ਨੂੰ ਵਿਘਨਾਂ ਨੂੰ ਦੂਰ ਕਰਨ ਤੇ ਮੇਰਾ ਮਨ ਜਿਹੜਾ ਇਹ ਮਹਾਰਾਜ ਦਾ ਜਸ ਕਰਨ ਵਿੱਚ ਲੱਗ ਜਾਵੇ। ਸ੍ਰੀ ਬਾਲਾ ਸੰਦਰ ਆਵਾਜ਼ ਚੌਪਈ। ਬਾਲਾ ਜੀ ਸੰਧੂ ਗੋਤ ਵਾਲੇ ਆਵਾਜ਼ ਕਥਨ ਕਰਦੇ ਹਨ। ਸੁਣ ਕਰ ਸ੍ਰੀ ਗੁਰ ਕੋ ਉਪਦੇਸ਼ਾ। ਤੋ ਰਾਜੇ ਨੇ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਸਰਵਣ ਕੀਤਾ ਹੈ ਸੰਗਲਾਦੀਪ ਵਿੱਚ। ਹਾਥ ਬੰਦ ਦੁਆ ਕਰਤ ਨਰੇਸ਼ਾ। ਤੋ ਰਾਜਾ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ, ਮਨ ਨਿਰਮਲ ਕੇ ਮਾਰਗ ਦੋ। ਠੀਕ ਹੈ ਮਹਾਰਾਜ, ਮਨ ਨੂੰ ਨਿਰਮਲ ਕਰਨ ਦੇ, ਪਾਪਾਂ ਦੀ ਮੈਲ ਨੂੰ ਦੂਰ ਕਰਕੇ ਮਨ ਨੂੰ ਸ਼ੁੱਧ ਕਰਨ ਦੇ ਇਹ ਦੋ ਜੋ ਤਰੀਕੇ ਹਨ। ਕਰੁਣਾ ਕਰ ਬਖਸ਼ੋ ਦੁਖ ਖੋ। ਕਿਰਪਾ ਕਰਕੇ ਮਹਾਰਾਜ ਤਰੀਕਾ ਉਹੀ ਸਫਲ ਹੈ ਜੋ ਗੁਰੂ ਸਾਹਿਬ ਜੀ ਤੁਸੀਂ ਬਖਸ਼ਿਸ਼ ਕਰੋਗੇ। ਇਸ ਲਈ ਕਿਰਪਾ ਕਰਕੇ ਮੇਰੇ ਤੇ ਇਹ ਬਖਸ਼ਿਸ਼ ਕਰੋ ਜੀ। ਕਰੋ ਸਰਬ ਮਮ ਦੇਸ਼ ਨਿਹਾਲਾ। ਤੇ ਕਿਰਪਾ ਕਰਕੇ ਮਹਾਰਾਜ ਹੁਣ ਮੇਰੇ ਇਕੱਲੇ ਤੇ ਨਹੀਂ, ਮੈਂ ਰਾਜਾ ਹਾਂ ਇਸ ਦੇਸ਼ ਦਾ, ਮੇਰੀ ਸਾਰੀ ਪ੍ਰਜਾ ਤੇ ਕਿਰਪਾ ਕਰੋ, ਸਭ ਨੂੰ ਸਿੱਖੀ ਦਾਨ ਬਖਸ਼ੋ ਜੀ। ਤੁਮ ਸਮਾਨ ਨਹਿਆਨ ਕਿਰਪਾਲਾ। ਤੁਹਾਡੇ ਵਰਗਾ ਕੋਈ ਕਿਰਪਾਲੂ ਦਿਆਲੂ ਮਹਾਰਾਜ ਹੋ ਹੀ ਨਹੀਂ ਸਕਦਾ ਹੈ, ਕਿਰਪਾ ਕਰੋ। ਕਰੋ ਸਦੀਵ ਬਾਸ ਮੁਝ ਸਦਨਾ। ਤੇ ਸਦਾ ਵਾਸਤੇ ਮਹਾਰਾਜ ਤੁਸੀਂ ਮੇਰੇ ਇੱਥੇ ਘਰ ਵਿੱਚ ਬਸੋ ਤੇ ਮੇਰੇ ਸਾਰੇ ਰਾਜ ਨੂੰ ਮਹਾਰਾਜ ਹੀ ਸਿੱਖ ਬਣਾ ਦਿਓ। ਹਰਖੋਂ ਹੀਰ ਕਮਲ ਸਮ ਬਦਨਾ। ਮੈਨੂੰ ਤਾਂ ਹੁਣ ਮਹਾਰਾਜ ਇਹੀ ਦਾਤ ਮਿਲੇ, ਮੈਂ ਤੁਹਾਡੇ ਚਰਨਾਂ ਦਾ ਦਰਸ਼ਨ ਕਰ ਕਰਕੇ ਮੈਂ ਖੁਸ਼ ਹੁੰਦਾ ਰਵਾਂ, ਖਿੜਦਾ ਰਵਾਂ, ਇਹ ਮੇਰੇ ਤੇ ਬਖਸ਼ਿਸ਼ ਹੋਵੇ। ਜਿਸ ਪ੍ਰਕਾਰ ਤੁਮ ਕਿਤਨੇ ਕੋਸਾ। ਜਿਸ ਤਰ੍ਹਾਂ ਪਤਾ ਨਹੀਂ ਮਹਾਰਾਜ ਕਿੰਨੇ ਕੋਹ ਚੱਲ ਕੇ ਕਿੱਥੇ ਦੇਸ਼ਾਂ ਚੋਂ ਘੁੰਮ ਕੇ ਤੁਸੀਂ ਮੇਰੇ ਪਾਸ ਪਹੁੰਚੇ ਹੋ। ਚੱਲ ਆਏ ਨਿਜ ਦੀਨ ਭਰੋਸਾ। ਆਪਣਾ ਭਰੋਸਾ ਦੇਣ ਵਾਸਤੇ ਚੱਲ ਕੇ ਮੇਰੇ ਪਾਸ ਤੁਸੀਂ ਪਹੁੰਚੇ ਹੋ ਸਤਿਗੁਰੂ ਜੀ। ਇਸੀ ਪ੍ਰਕਾਰ ਰਹਿਣ ਅਬ ਕੀਜੈ। ਹੁਣ ਕਿਰਪਾ ਕਰੋ ਇਸੇ ਤਰ੍ਹਾਂ ਮੇਰੇ ਕੋਲ ਹੀ ਰਹੋ ਮਹਾਰਾਜ ਤੁਸੀਂ। ਸਰਬ ਦੇਸ਼ ਉਪਦੇਸ਼ਹਿ ਦੀਜੈ। ਤੇ ਮੇਰੇ ਸਾਰੇ ਦੇਸ਼ ਨੂੰ ਮਹਾਰਾਜ ਉਪਦੇਸ਼ ਬਖਸ਼ ਕਰਕੇ ਗੁਰਸਿੱਖੀ ਦਾ ਪ੍ਰੇਮ ਬਿਨੈਸਨ ਬਾਣੀ ਸੁਣ ਕੇ। ਤੇ ਮਹਾਰਾਜ ਸਤਿਗੁਰੂ ਨੇ ਇਹ ਜਿਸ ਵੇਲੇ ਰਾਜੇ ਦੀ ਸੋ ਬੜੇ ਪ੍ਰੇਮ ਦੇ ਸਹਿਤ ਅਧੀਨਗੀ ਦੇ ਨਾਲ ਇਹ ਅਰਦਾਸ ਬੇਨਤੀ ਸੁਣੀ ਹੈ ਤਾਂ ਭਾਗ ਪਾਹਲ ਦੀਨੀ ਸਿੱਖ ਗੁਣ ਕੈ। ਤੇ ਮਹਾਰਾਜ ਨੇ ਜਾਣਿਆ ਵੀ ਇਹ ਹੁਣ ਸਿੱਖ ਬਣ ਗਿਆ, ਇਸ ਦਾ ਮਨ ਯਕੀਨ ਤੇ ਹੈ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਇਸ ਨੂੰ ਅੰਮ੍ਰਿਤ ਛਕਾਇਆ ਹੈ। ਮੇਰੇ ਸਤਿਗੁਰਾਂ ਦੀ ਮਰਜ਼ਾਦਾ ਸੀ, ਚਰਨ ਧੋ ਕਰਕੇ ਚਰਨ ਅੰਮ੍ਰਿਤ ਛਕਾਇਆ ਕਰਦੇ ਸਨ। ਇਹ ਮਹਾਰਾਜ ਦੀ ਮਰਜ਼ਾਦਾ ਰਹੀ ਸਤਿਗੁਰਾਂ ਦੀ। ਪਹਿਲਾਂ ਜਦੋਂ ਦਸਮ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਦਿੱਤਾ, ਕਿਉਂਕਿ ਦਸਵੇਂ ਪਾਤਸ਼ਾਹ ਤੋਂ ਬਾਅਦ ਸਰੀਰ ਕਰਕੇ ਖਾਲਸੇ ਪੰਥ ਦਾ ਗੁਰੂ ਨਹੀਂ ਹੋਣਾ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਣਾ ਸੀ। ਕੇਸਗੜ੍ਹ ਦੇ ਤਖਤ ਤੇ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਨੇ ਫਿਰ ਇਹ ਮਰਜ਼ਾਦਾ ਜਿਹੜੀ ਸੀ ਉਹਦੇ ਵਿੱਚ ਸੋਧ ਕਰ ਦਿੱਤੀ, ਕਿਉਂਕਿ ਇਕੱਲੇ ਨੂੰ ਕੋਈ ਅਧਿਕਾਰ ਨਹੀਂ ਦੇਣਾ ਸੀ। ਪੰਜਾਂ ਦੇ ਸਿਰ ਵੱਢ ਕੇ ਜਿਉਂਦੇ ਕਰਕੇ ਪੰਜ ਪਿਆਰਿਆਂ ਨੂੰ ਅਧਿਕਾਰ ਦਿੱਤਾ ਕਿ ਤੁਸੀਂ ਹੁਣ ਪੰਜ ਬਾਣੀਆਂ ਪੜ੍ਹ ਕਰਕੇ ਵਿਧੀ ਪੂਰਵਕ ਬਾਟਾ ਤਿਆਰ ਕਰਕੇ ਤੁਸੀਂ ਇਹ ਜਿਹੜੀ ਪਹੁਲ ਦਿਆ ਕਰਨੀ, ਖੰਡੇ ਦੀ ਪਹੁਲ। ਪਹਿਲਾਂ ਚਰਨ ਪਹੁਲ ਸੀ, ਤਾਂ ਹੁਣ ਮਹਾਰਾਜ ਨੇ ਪੀਓ ਪਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਉਹ ਖੰਡੇ ਦੀ ਪਹੁਲ ਬਖਸ਼ਿਸ਼ ਕੀਤੀ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਛਕਾਇਆ ਰਾਜੇ ਨੂੰ, ਤਾਂ ਆਪਣੀ ਚਰਨ ਪਹੁਲ ਬਖਸ਼ਿਸ਼ ਕੀਤੀ ਹੈ। ਧਰਮਸਾਲ ਮਹਿਕੀਨ ਬਸੇਰਾ। ਤੇ ਗੁਰੂ ਸਾਹਿਬ ਫਿਰ ਗੁਰਦੁਆਰਾ ਸਾਹਿਬ ਜੋ ਬਣਾਇਆ ਧਰਮਸ਼ਾਲਾ, ਉੱਥੇ ਟਿਕ ਗਏ। ਸਰਬ ਦੇਸ਼ ਹੋਵਤ ਭਾਚੇਰਾ। ਤੇ ਸਾਰਾ ਹੀ ਦੇਸ਼ ਜਿਤਨਾ ਇਹ ਸੰਗਲਾ ਦੀਪ ਸੀ, ਸਭ ਦੁਨੀਆ ਮੇਰੇ ਧੰਨ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਛਕ ਕਰਕੇ ਸਿੱਖ ਬਣ ਗਈ। ਭੂਪਤ ਯੋਗ ਦੇਨ ਕੋ ਕਾਜਾ। ਤਾਂ ਜਿਹੜਾ ਭੂਪਤ ਨੂੰ ਇਸ ਪ੍ਰਕਾਰ ਰਾਜੇ ਨੂੰ ਸੋ ਇਸ ਪ੍ਰਕਾਰ ਪਰਮੇਸ਼ਵਰ ਚ ਬਿਰਤੀ ਜੋੜਨ ਦਾ ਜੋ ਉਪਦੇਸ਼ ਬਖਸ਼ਿਸ਼ ਕਰਨਾ ਸੀ ਮਹਾਰਾਜ ਨੇ। ਪ੍ਰਾਣ ਸੰਗਲੀ ਗ੍ਰੰਥ ਜੋ ਸੋ ਸਾਜਾ। ਤੋ ਜ਼ਿਕਰ ਆਉਂਦਾ ਵੀ ਪ੍ਰਾਣ ਸੰਗਲੀ ਗ੍ਰੰਥ ਜਿਹੜਾ ਉੱਥੇ ਲਿਖਿਆ ਗਿਆ ਸੀ, ਗੁਰੂ ਦਾ ਉਪਦੇਸ਼ ਜਿਹੜਾ ਸੁਰਤ ਜੋੜਨ ਵਾਸਤੇ।
113 ਧਿਆਏ ਬਖਾਨੇ। ਤਾਂ ਉਹਦੇ ਕਹਿੰਦੇ 113 ਧਿਆਏ ਦਾ ਜ਼ਿਕਰ ਜਿਹੜਾ ਹੈ ਆਉਂਦਾ ਹੈ। ਜਿਹ ਪੜ ਜੋਗ ਕਲਾ ਸਭ ਜਾਣੇ। ਜਿਸ ਨੂੰ ਪੜ ਕਰਕੇ ਇਹ ਯੋਗ ਦੀ ਕਲਾ ਜਿਹੜੀ ਸੀ ਕਹਿੰਦੇ ਕੋਈ ਜਾਣ ਲੈਂਦਾ ਹੈ। ਪਰ ਇੱਥੇ ਕਵੀ ਜੀ ਨੇ ਅੱਗੇ ਜਾ ਕੇ ਦੱਸਿਆ ਹੈ, ਇੱਥੇ ਬਚਨ ਕੀਤਾ ਵੀ ਮਹਾਰਾਜ ਨੇ ਕਿਹਾ ਜਦੋਂ ਮੇਰਾ ਕੋਈ ਸਿੱਖ ਆਵੇਗਾ ਉਸ ਨੂੰ ਗ੍ਰੰਥ ਦੇ ਦੇਣਾ। ਤੋ ਲਿਖਿਆ ਵੀ ਇੱਕ ਪੈੜਾ ਮੁੱਖਾ ਸਿੱਖ ਮਹਾਰਾਜ ਨੇ ਭੇਜਿਆ ਸੀ, ਉਹ ਪ੍ਰਾਣ ਸੰਗਲੀ ਗ੍ਰੰਥ ਲੈ ਕੇ ਆਇਆ ਸੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ। ਜਦੋਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਲਿਖਿਆ, ਉਸ ਵੇਲੇ ਲੈ ਕੇ ਆਇਆ ਸੀ। ਸਤਿਗੁਰੂ ਪਾਤਸ਼ਾਹ ਨੇ ਉਹ ਗ੍ਰੰਥ ਵਾਚ ਕਰਕੇ ਤੇ ਉਸ ਨੂੰ ਜਲ ਵਿੱਚ ਪ੍ਰਵਾਹ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਪ੍ਰਵਾਨ ਨਹੀਂ ਕੀਤਾ। ਤੇ ਇੱਥੋਂ ਸਿੱਧ ਹੁੰਦਾ ਹੈ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਦਾ ਨਹੀਂ ਕੋਈ ਹੋਰ ਗ੍ਰੰਥ ਸੀ ਜਿਹੜਾ ਪ੍ਰਾਣ ਸੰਗਲੀ ਗ੍ਰੰਥ ਹੁਣ ਵੀ ਬਣੇ ਮਿਲਦੇ ਨੇ, ਪਰ ਇਹ ਹੋਰ ਨੇ, ਉਹ ਗੁਰੂ ਨਾਨਕ ਦਾ ਉਪਦੇਸ਼ ਨਹੀਂ। ਜੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਪਦੇਸ਼ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਜ਼ਰੂਰ ਦਰਜ ਕਰਦੇ। ਇਸ ਵਾਸਤੇ ਮੇਰੇ ਸਤਿਗੁਰੂ ਜੀ ਨੇ ਸੋ ਉਹ ਜੋ ਜ਼ਿਕਰ ਆਉਂਦਾ ਹੈ ਤਾਂ ਉਸ ਦਾ ਇਸ ਤਰੀਕੇ ਦੇ ਨਾਲ ਖੁਲਾਸਾ ਜਿਹੜਾ ਹੈ ਸੋ ਇਤਿਹਾਸ ਵਿੱਚੋਂ ਹੀ ਸਾਡੇ ਬਜ਼ੁਰਗਾਂ ਨੇ ਕੀਤਾ ਹੈ। ਦੇ ਘਰ ਸੋ ਸੌਂਪਿਓ ਅਵਨੀਪਾ। ਕਹਿੰਦੇ ਰਾਜੇ ਨੂੰ ਸੌਂਪ ਦਿੱਤਾ ਉਹ ਜਿਹੜਾ ਸੀ ਬੋਲੇ ਪੁਨ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਪ੍ਰਕਾਸ਼ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ, ਜਬ ਸਿੱਖ ਕੋ ਆਵਹਿ ਹਮ ਦੇਸ਼ੂ। ਜਦੋਂ ਸਾਡੇ ਦੇਸ਼ ਦਾ ਕੋਈ ਸਿੱਖ ਤੇਰੇ ਕੋਲ ਆਵੇਗਾ ਜਾਚੇ ਤੁਮ ਪੈ ਦੇਹੋ ਨਰੇਸ਼ੂ। ਤਾਂ ਤੁਹਾਡੇ ਕੋਲ ਮੰਗੇਗਾ ਤੇ ਤੁਸੀਂ ਇਹ ਗ੍ਰੰਥ ਦੇ ਦੇਣਾ। ਚਿਰੰਕਾਲ ਪੁਨ ਕੀਨ ਬਸੇਰਾ। ਫਿਰ ਬਹੁਤ ਸਮਾਂ ਗੁਰੂ ਨਾਨਕ ਸਾਹਿਬ ਉੱਥੇ ਟਿਕੇ ਹਨ, ਸਿੱਖੀ ਦਾ ਪ੍ਰਚਾਰ ਕੀਤਾ। ਉਸ ਦੇਸ਼ ਨਿਹਾਲ ਕਨੇਰਾ। ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਬਹੁਤ ਦੇਸ਼ ਜਿਹੜਾ ਸੀ ਇਹ ਸੋ ਸੰਗਲਾ ਦੀਪ ਨਿਹਾਲ ਹੋਇਆ ਗੁਰੂ ਸਾਹਿਬ ਦੇ ਦਰਸ਼ਨ ਤੇ ਉਪਦੇਸ਼ ਲੈ ਕੇ। ਭਗਤ ਜੋਗ ਹਠ ਜੋਗ ਜੋ ਦੋ। ਤੋ ਜਿਹੜਾ ਭਗਤੀ ਜੋਗ ਹੈ, ਹਠ ਜੋਗ, ਦੋਵੇਂ ਜੋਗ ਹਨ ਜਿਹੜੇ ਕੀਏ ਪਰਪੱਕ ਭੂਪ ਮਨ ਸੋ। ਤੋ ਕਹਿੰਦੇ ਇਸ ਪ੍ਰਕਾਰ ਰਾਜੇ ਨੇ ਇਹ ਸਿੱਖਿਆ ਸਾਰੀ ਧਾਰਨ ਕਰ ਲਈ ਹੈ। ਸਿੱਖੀ ਪ੍ਰਗਟੀ ਦੇਸ਼ ਮਝਾਰੇ। ਇਹਦੇ ਸਾਰੇ ਦੇਸ਼ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਬਰਕਤ ਵਰਤੀ, ਸਾਰਾ ਦੇਸ਼ ਹੀ ਸਿੱਖ ਬਣ ਗਿਆ। ਸ੍ਰੀ ਸਤਿਗੁਰੂ ਕੋ ਜਾਪ ਉਚਾਰੇ। ਸਾਰੇ ਹੀ ਧੰਨ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਜਾਪ ਉਚਾਰਨ ਕਰਦੇ ਨੇ, ਪਾਠ ਕਰਦੇ ਨੇ ਬਾਣੀ ਦਾ। ਭਾ ਸ਼ਿਵਨਾਭ ਅਧਿਕ ਪ੍ਰਤਾਪਾ। ਤੇ ਜਿਸ ਵੇਲੇ ਗੁਰੂ ਦਾ ਸਿੱਖ ਬਣ ਗਿਆ ਰਾਜੇ ਸ਼ਿਵਨਾਭ ਦਾ ਪ੍ਰਤਾਪ ਬਹੁਤ ਵੱਧ ਗਿਆ ਗੁਰੂ ਨਾਨਕ ਦੀ ਬਖਸ਼ਿਸ਼ ਦਾ ਸਦਕਾ। ਛੱਡ ਕਰ ਸਭ ਸ਼ਤਰਨ ਕੋ ਖਾਪਾ। ਇਸ ਨੇ ਫਿਰ ਜਿੱਧਰ ਵੀ ਦੁਸ਼ਮਣ ਸੀ ਗੁਰੂ ਸਾਹਿਬ ਦੀ ਓਟ ਲੈ ਕਰਕੇ ਸਭ ਦੁਸ਼ਮਣਾਂ ਨੂੰ ਖਪਾ ਦਿੱਤਾ ਤੇ ਜਿੱਥੇ ਰਾਜ ਕੀਤਾ ਸਭ ਨੂੰ ਸਿੱਖ ਬਣਾਇਆ। ਇਹ ਮੇਰੇ ਸਤਿਗੁਰੂ ਦੀ ਸਿੱਖੀ ਜਿਹੜੀ ਸੀ ਪ੍ਰਫੁੱਲਤ ਹੋਈ। ਧਰਮਸਾਲ ਮਹਿ ਦੇਗ ਵਿਸਾਲਾ। ਹੁਣ ਇਹ ਧਰਮਸਾਲ ਗੁਰਦੁਆਰੇ ਵਿੱਚ ਨਿਤ ਪ੍ਰਤੀ ਦੇਗ ਬਣਦੀ, ਕੜਾ ਪ੍ਰਸ਼ਾਦ ਕਰਵਾਵੇ ਸਤਿਗੁਰੂ ਕਿਰਪਾਲਾ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਿੰਨਾ ਸਮਾਂ ਰਹੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਇਆ ਕਰਦੇ। ਮਨ 21 ਜਹ ਲਾਉਣ ਮਿਲਾਏ। ਜਿੱਥੇ ਦੇਗ ਸੰਗਤ ਵਿੱਚ ਵਰਤਦੀ, ਦੂਸਰੇ ਪਾਸੇ ਦੇਗ ਲੰਗਰ ਨੂੰ ਕਿਹਾ ਜਾਂਦਾ ਹੈ। ਕਹਿੰਦੇ ਗੁਰੂ ਸਾਹਿਬ ਜੀ ਫਿਰ ਲੰਗਰ ਤਿਆਰ ਕਰਵਾਇਆ ਕਰਦੇ। ਤੇ ਇੱਥੇ ਜ਼ਿਕਰ ਮਿਲਦਾ ਵੀ ਇਤਨਾ ਵੱਡਾ ਲੰਗਰ ਸੀ, 21 ਮਣ ਲੂਣ ਉੱਥੇ ਵਰਤਦਾ ਸੀ। ਤਾਂ 21 ਮਣ ਜਿਹੜਾ ਹੈ ਇਸ ਦਾ ਸੋ ਸਾਡੇ ਬਜ਼ੁਰਗਾਂ ਨੇ ਨਿਰਣਾ ਕੀਤਾ ਵੀ ਵੱਖਰੇ ਮੁਲਕਾਂ ਵਿੱਚ ਤੇ ਇਲਾਕੇ 'ਚ ਮਣ ਦਾ ਭਾਰ ਜਿਹੜਾ ਹੈ, ਕਿਸੇ ਥਾਂ ਦੇ ਉੱਤੇ ਇੱਕ ਸੇਰ ਨੂੰ ਵੀ ਮਣ ਗਿਣਿਆ, ਕਿਤੇ ਇੱਕ ਸੇਰ 10 ਟਾਂਕ ਨੂੰ ਮਣ ਗਿਣਿਆ। ਇਸ ਤਰੀਕੇ ਦੇ ਨਾਲ ਵੱਖਰੇ ਥਾਵਾਂ ਤੇ ਮਣ ਦੀ ਗਿਣਤੀ ਹੈ। ਤੋ ਭਾਵ ਸੀ ਵੀ ਇਤਨਾ ਲੂਣ ਲੱਗਦਾ ਸੀ ਜੇ ਸਾਰਾ ਹੀ ਦੇਸ਼ ਜਿਹੜਾ ਹੈ ਸਿੱਖ ਬਣ ਗਿਆ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੁੜਦੀ ਸੀ, ਖੁੱਲਾ ਲੰਗਰ ਵਰਤਦਾ ਸੀ। ਇਤੋ ਆਹਾਰ ਹੋਏ ਸਭ ਖਾਏ। ਇੰਨਾ ਭੋਜਨ ਤਿਆਰ ਹੁੰਦਾ ਸੀ ਜੋ ਸੰਗਤ ਛਕਦੀ ਸੀ ਦਿਨ ਵਿੱਚ। ਕੀਰਤਨ ਸਤਨਾਮ ਕੋ ਗਾਵੇ ਹੋਵੇ। ਤੋ ਭਾਈ ਸੱਚੇ ਪਰਮੇਸ਼ਰ ਦੇ ਨਾਮ ਦਾ ਕੀਰਤਨ ਹੋਇਆ ਕਰਦਾ। ਬੜਾ ਸੁੰਦਰ ਧੁਰ ਕੀ ਬਾਣੀ ਦਾ ਪਰਮੇਸ਼ਰ ਦੇ ਸਿਮਰਨ ਦਾ ਕੀਰਤਨ ਹੋਇਆ ਕਰਦਾ ਗੁਰੂ ਦੀ ਹਜ਼ੂਰੀ ਵਿੱਚ। ਜੋ ਬਹੁ ਜਨ ਮਨ ਕਲਮਲ ਖੋਵੈ। ਜੋ ਬਹੁਤ ਜਨਾਂ ਦੇ ਮਨਾਂ ਵਿੱਚੋਂ ਪਾਪਾਂ ਨੂੰ ਦੂਰ ਕਰਦਾ ਸੀ। ਦਿਨ ਪ੍ਰਤ ਚਲਨ ਚਹਿਤ ਜਗਤੀਸਾ। ਜਗਤ ਈਸ਼ਵਰ ਧੰਨ ਗੁਰੂ ਨਾਨਕ ਸਾਹਿਬ ਉੱਥੋਂ ਦਿਨ ਪ੍ਰਤੀ ਦਿਨ ਚੱਲਣ ਦੀ ਤਿਆਰੀ ਕਰਦੇ ਵੀ ਹੁਣ ਅਸੀਂ ਜਾਣਾ ਹੈ। ਕਰੇ ਭਾਉ ਬਹੁ ਰਖੇ ਨਰੇਸ਼ਾ। ਤੇ ਪਰ ਬਹੁਤੀ ਭਾਵਨਾ ਪ੍ਰੇਮ ਕਰਕੇ ਗੁਰੂ ਸਾਹਿਬ ਨੂੰ ਟਿਕਾ ਕੇ ਰੱਖਿਆ ਹੈ ਉਸਨੇ। ਕਰੀ ਪਰਪੱਕ ਸਿੱਖੀ ਕੀ ਰੀਤਾ। ਸਿੱਖੀ ਦੀ ਮਰਜ਼ਾਦਾ ਗੁਰੂ ਸਾਹਿਬ ਨੂੰ ਟਿਕਾ ਕੇ ਉਹਨੇ ਪੱਕੀ ਕਰ ਦਿੱਤੀ ਉਸ ਇਲਾਕੇ ਦੇ ਵਿੱਚ। ਨਿਤ ਪ੍ਰਤ ਵਧੇ ਭਜਨ ਮਹਿ ਪ੍ਰੀਤਾ। ਹੁਣ ਜਿਹੜੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਹੋਵੇ ਤੇ ਗੁਰੂ ਨਾਨਕ ਦੇ ਮੁਖ ਤੋਂ ਹੋਵੇ ਉਪਦੇਸ਼, ਤੇ ਕਿਉਂ ਨਾ ਚਿੱਤ ਕਰੇ ਭਾਈ ਸਿਮਰਨ ਕਰਨ ਨੂੰ। ਕਿਉਂਕਿ ਸਾਹਿਬ ਮੇਰਾ ਨੀਤ ਨਵਾ, ਮੇਰਾ ਸਤਿਗੁਰੂ ਨਿਤ ਨਵਾਂ ਹੈ।
ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਿਹੜੇ ਪ੍ਰੇਮੀ ਨਿਤਨੇਮ ਕਰਦੇ ਨੇ, ਤੁਸੀਂ ਕਰਕੇ ਦੇਖੋ। ਪਵਿੱਤਰ ਮਹਾਰਾਜ ਦੀ ਜਪਜੀ ਸਾਹਿਬ ਦਾ ਬਾਣੀ ਦਾ ਪਾਠ ਕਰੋ। ਜਿਵੇਂ ਜਿਵੇਂ ਤੁਸੀਂ ਬਾਣੀ ਦਾ ਪਾਠ ਕਰਦੇ ਜਾਓਗੇ, ਨਿਤ ਨਵਾਂ ਆਨੰਦ ਬਣਦਾ ਜਾਏਗਾ। ਨਿਤ ਮਨ ਦਾ ਟਿਕਾਓ, ਮਨ ਦੀ ਖੁਸ਼ੀ ਔਰ ਸੁੱਖ ਮਿਲਣੇ, ਦੁੱਖਾਂ ਦੀ ਨਿਵਰਤੀ ਤੇ ਮਨ ਦੀ ਸ਼ਾਂਤੀ ਨਿਤ ਨਿਤ ਵਧੀ ਜਾਏਗੀ। ਜਿੰਨਾ ਮੇਰੇ ਸਤਿਗੁਰੂ ਦੀ ਬਾਣੀ ਦਾ ਕੋਈ ਅਭਿਆਸ ਕਰੇਗਾ, ਉਤਨਾ ਹੀ ਉਸ ਨੂੰ ਆਨੰਦ ਹੈ। ਇਸ ਵਾਸਤੇ ਨਿਤ ਨਵਾਂ ਆਨੰਦ ਹੈ। ਤੋ ਸੰਗਤਾਂ ਨਿਤ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਤ ਨਵਾਂ ਆਨੰਦ ਮਾਣਦੀਆਂ ਹਨ। ਕਰਿਓ ਗਿਆਨ ਮਹਿ ਪੂਰਨ ਰਾਉ। ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਫਿਰ ਉਪਦੇਸ਼ ਬਖਸ਼ਿਆ। ਰਾਜੇ ਸ਼ਿਵਨਾਭ ਨੂੰ ਗਿਆਨ ਵਿੱਚ ਪੂਰਨ ਕਰ ਦਿੱਤਾ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਦਿੱਤੀ ਇਸ ਨੂੰ। ਸ੍ਰੀ ਨਾਨਕ ਜੀ ਦਿਆਲ ਸੁਭਾਉ। ਮੇਰੇ ਸਤਿਗੁਰੂ ਦਾ ਸੁਭਾਅ ਬਹੁਤ ਦਿਆਲੂ ਹੈ। ਸਾਧ ਸੰਗਤ, ਮੇਰੇ ਗੁਰੂ ਪਾਤਸ਼ਾਹ ਹੁਣ ਵੀ ਇਤਨੇ ਦਿਆਲੂ ਨੇ। ਸਾਹਿਬ ਗੁਰੂ ਨਾਨਕ ਦਾ ਦਰ ਹੈ। ਦੁਨੀਆ ਦਾ ਵੱਡੇ ਤੋਂ ਵੱਡਾ ਪਾਪੀ ਅਪਰਾਧੀ ਪ੍ਰਾਣੀ ਕੋਈ ਜਿਹੜਾ ਆ ਕੇ ਗੁਰੂ ਨਾਨਕ ਦੇ ਚਰਨ ਪਕੜੇ, ਗੁਰੂ ਨਾਨਕ ਦੇ ਘਰ ਵਿੱਚੋਂ ਕਿਸੇ ਦਾ ਤਿਰਸਕਾਰ ਨਹੀਂ। ਹਰੇਕ ਦੀ ਕਲਿਆਣ ਮੇਰੇ ਗੁਰੂ ਸਾਹਿਬ ਕਰਦੇ ਨੇ। ਸੋ ਵੱਡੇ ਵੱਡੇ ਪਾਪੀ ਪੱਥਰਾਂ ਵਰਗੇ ਜਿਹੜੇ ਗੁਰੂ ਸਾਹਿਬ ਤਾਰਦੇ ਨੇ। ਇਸ ਲਈ ਕਹਿੰਦੇ ਗੁਰੂ ਸਾਹਿਬ ਬੜੇ ਦਿਆਲੂ ਹਨ। ਬਾਹਰੋਂ ਮੰਜੀ ਪਰ ਬੈਸਾਰਾ। ਫਿਰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਸਿੱਖੀ ਦਾ ਪ੍ਰਚਾਰ ਦੁਨੀਆ 'ਚ ਕਾਇਮ ਕੀਤਾ। ਰਾਜੇ ਸ਼ਿਵਨਾਭ ਨੂੰ ਗੁਰਸਿੱਖੀ ਪ੍ਰਪੱਕ ਕੀਤੀ, ਇਸ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ, ਤੇ ਫਿਰ ਗੁਰਮੁਖਤਾਈ ਦੀ ਮੰਜੀ ਇਸ ਨੂੰ ਬਖਸ਼ ਦਿੱਤੀ ਕਿ ਜਿਹੜਾ ਕਾਰਜ ਅਸੀਂ ਚਲਾਇਆ ਇੱਥੇ ਗੁਰਸਿੱਖੀ ਦੇ ਪ੍ਰਚਾਰ ਦਾ, ਹੁਣ ਅੱਗੋਂ ਤੋਂ ਤੂੰ ਕਰਿਆ ਕਰਨਾ। ਇਹਨਾਂ ਨੂੰ ਗੁਰਮੁਖਤਾਈ ਦੀਆਂ ਮੰਜੀਆਂ ਕਿਹਾ ਜਾਂਦਾ। ਗੁਰੂ ਨਾਨਕ ਸਾਹਿਬ ਨੇ ਸਥਾਪਨ ਕਰਨੀਆਂ ਸ਼ੁਰੂ ਕਰਤੀਆਂ ਸੀ। ਕੀਓ ਪੂਜ ਦੇਹ ਦੇਸ਼ ਮਝਾਰਾ। ਉਸ ਦੇਸ਼ ਦੇ ਵਿੱਚ ਉਸ ਨੂੰ ਪੂਜਨੀਕ ਬਣਾ ਦਿੱਤਾ ਮੇਰੇ ਸਤਿਗੁਰੂ ਜੀ ਨੇ। ਇਧਰ ਭਾਈ ਲਾਲੋ ਜੀ ਤੇ ਕਿਰਪਾ ਕੀਤੀ ਸੀ, ਤੇ ਉਧਰੋਂ ਇਮਨਾਬਾਦ ਵਿੱਚ ਉਸ ਨੂੰ ਪ੍ਰਚਾਰ ਦਾ ਮਹਾਨ ਪ੍ਰਚਾਰਕ ਟਿਕਾ ਦਿੱਤਾ ਸੀ, ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ। ਇਧਰ ਹੁਣ ਰਾਜੇ ਸ਼ਿਵਨਾਭ ਨੂੰ ਸਤਿਗੁਰੂ ਪਾਤਸ਼ਾਹ ਨੇ ਗੁਰਮੁਖਤਾਈ ਦੀਆਂ ਮੰਜੀਆਂ ਕਹੀਦਾ, ਇਹਨਾਂ ਨੂੰ ਗੁਰਮੁਖਾਂ ਨੂੰ ਗੁਰਮੁਖ ਬਣਾ ਕਰਕੇ ਮੰਜੀਆਂ ਬਖਸ਼ ਦਿੱਤੀਆਂ ਸਿੱਖੀ ਪ੍ਰਚਾਰ ਦੀਆਂ। ਆਪ ਗਵਨ ਕੀ ਕੀਨੀ ਤਿਆਰੀ। ਤੇ ਆਪ ਹੁਣ ਸਤਿਗੁਰੂ ਸਾਰਾ ਪ੍ਰਬੰਧ ਕਰਕੇ ਵੀ ਗੁਰਸਿੱਖੀ ਦਾ ਇਹ ਜੋ ਬੂਟਾ ਲਾਇਆ ਸਦਾ ਫਲਦਾ ਫੁੱਲਦਾ ਰਵੇ, ਆਪ ਹੁਣ ਅੱਗੇ ਜਾਣ ਦੀ ਤਿਆਰੀ ਕੀਤੀ ਹੈ। ਕਹਿਤ ਨਾ ਵਿਛਰੋ ਨਿਰਪ ਬ੍ਰਿਹੋ ਭਾਰੀ। ਤੋ ਰਾਜਾ ਸ਼ਿਵਨਾਭ ਜਿਹੜਾ ਬਹੁਤ ਭਾਰੀ ਵਿਛੋੜਾ ਮੰਨਦਾ ਹੈ, ਚਾਹੁੰਦਾ ਨਹੀਂ ਹੈ ਗੁਰੂ ਸਾਹਿਬ ਤੋਂ ਵਿਛੜਨਾ। ਕਮਲ ਬਦਨ ਪੁਨ ਬਚਨ ਬਖਾਨੇ। ਕਮਲ ਸਿਰ ਦੇ ਮੁਖ ਤੋਂ ਸੋ ਬਚਨ ਕੀਤੇ ਹਨ ਸਤਿਗੁਰਾਂ ਨੇ। ਸੁਨ ਰਾਜਨ ਭੋ ਪਰਮ ਸਿਆਣੇ। ਦੇਖ ਰਾਜਾ ਤੂੰ ਬਹੁਤ ਸਿਆਣਾ ਹੈ। ਅਬ ਤੁਝ ਪੂਰਨ ਭਇਓ ਬਬੀਕਾ। ਹੁਣ ਦੇਖ ਤੈਨੂੰ ਪੂਰਨ ਗਿਆਨ ਜਿਹੜਾ ਅਸੀਂ ਬਖਸ਼ ਦਿੱਤਾ। ਪੂਰਨ ਗਿਆਨ ਕੀ ਹੈ? ਵਾਹਿਗੁਰੂ ਪਰਮੇਸ਼ਵਰ ਨੇ ਇਹ ਜਿਹੜਾ ਸਾਡਾ ਮਨੁੱਖ ਸਰੀਰ ਰਚਿਆ ਹੈ, ਇਸ ਸਰੀਰ ਦੇ ਵਿੱਚ ਜੋ ਸਾਡੀ ਆਤਮਾ ਹੈ, ਜਿਹਦੇ ਸਦਕੇ ਅਸੀਂ ਵੇਖ ਰਹੇ ਹਾਂ, ਬੋਲ ਰਹੇ ਹਾਂ, ਇਸ ਪ੍ਰਕਾਰ ਸੁਣ ਰਹੇ ਹਾਂ, ਸੁੰਘ ਰਹੇ ਹਾਂ, ਉਹ ਕੌਣ ਹੈ? ਜਿਹੜਾ ਕਹਿੰਦਾ ਜੀ ਮੇਰਾ ਹੱਥ, ਮੇਰਾ ਸਰੀਰ, ਮੇਰਾ ਮਨ, ਇਹਦਾ ਮਤਲਬ ਜਿਹੜਾ ਮੇਰ ਕਰਨ ਵਾਲਾ ਉਹ ਅਲੱਗ ਹੈ, ਉਹ ਪ੍ਰਕਾਸ਼ ਰੂਪ ਹੈ, ਉਸ ਨੂੰ ਕਹੀਦਾ ਆਤਮਾ। ਆਤਮਾ ਇਹ ਬ੍ਰਹਮ ਦੀ ਅੰਸ਼ ਹੈ, ਤੇ ਸਤਿਗੁਰੂ ਪਾਤਸ਼ਾਹ ਨੇ ਇਹ ਆਪਣੇ ਆਪ ਵਿੱਚ ਜੋਤ ਹੈ। ਜੋਤ ਤੋਂ ਭਾਵ ਹੁੰਦਾ ਪ੍ਰਕਾਸ਼। ਸਭ ਮੈਂ ਜੋਤ ਜੋਤ ਹੈ, ਸੋਈ ਗੁਰੂ ਸਾਹਿਬ ਨੇ ਕਿਹਾ। ਹੁਣ ਆਪਣੇ ਹਿਰਦੇ ਦੇ ਅੰਦਰ ਜਿਨ੍ਹਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਵਿੱਚ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਦੋਂ ਮਨ ਦੀ ਇਕਾਗਰਤਾ ਬਣਦੀ ਤੇ ਗੁਰੂ ਬਖਸ਼ਿਸ਼ ਕਰਦੇ ਨੇ, ਤਦੋਂ ਫਿਰ ਜਿਸ ਵੇਲੇ ਆਤਮ ਛੋਹ ਮਿਲਦੀ ਤੇ ਉਹਨਾਂ ਨੂੰ ਪ੍ਰਕਾਸ਼ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਇਸ ਨੂੰ ਹੁਣ ਆਪਣੇ ਆਪੇ ਦਾ ਚਾਨਣ ਬਖਸ਼ ਦਿੱਤਾ, ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਇਸ ਰਾਜੇ ਤੇ। ਅਬ ਤੁਝ ਪੂਰਨ ਭਇਓ ਬਬੀਕਾ। ਵਿਵੇਕ ਪੂਰਨ ਗਿਆਨ ਤੈਨੂੰ ਬਖਸ਼ ਦਿੱਤਾ ਹੈ। ਹੁਣ ਹਮ ਕਰਨੇ ਹੈ ਕਾਜ ਅਨੇਕਾ। ਤੈਨੂੰ ਪੂਰਨ ਕਰਤਾ, ਹੁਣ ਤੇਰੇ ਵਰਗੇ ਅਸੀਂ ਹੋਰ ਵੀ ਪੈਦਾ ਕਰਨੇ ਨੇ, ਅਨੇਕਾਂ ਕੰਮ ਕਰਨੇ ਅਸੀਂ ਹੋਰ ਵੀ। ਤਰੋ ਧਿਆਨ ਮੈਂ ਸਦਾ ਸਮੀਪਾ। ਹਜੂਰ ਕਹਿੰਦੇ ਤੁਸੀਂ ਇਸ ਤਰ੍ਹਾਂ ਜੋ ਤੁਹਾਨੂੰ ਸ਼ਬਦ ਦਿੱਤਾ, ਤੁਸੀਂ ਧਿਆਨ ਵਿੱਚ ਜੁੜਿਆ ਕਰੋ, ਸਿਮਰਨ ਕਰਿਆ ਕਰੋ, ਧਿਆਨ ਜੋੜਿਆ ਕਰੋ। ਅਸੀਂ ਸਦਾ ਹੀ ਅੰਗ ਸੰਗ ਹਾਂ ਤੁਹਾਡੇ। ਆਸ ਸੁਨ ਗਦ ਗਦ ਭਾ ਅਵਨੀਪਾ। ਇਉਂ ਸੁਣ ਕਰਕੇ ਰਾਜਾ ਬਹੁਤ ਪ੍ਰਸੰਨ ਹੋ ਗਿਆ। ਸਰਬ ਪ੍ਰਕਾਰ ਦੀਨ ਤਿਹ ਧੀਰਾ। ਸਭ ਤਰੀਕਿਆਂ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਨੇ ਹੌਸਲਾ ਦਿੱਤਾ ਇਸ ਨੂੰ। ਗਮਨ ਕੀਓ ਪੁਨ ਗੁਨੀ ਗਹੀਰਾ। ਫਿਰ ਮੇਰੇ ਸਤਿਗੁਰੂ ਜੀ ਸੰਗਲਾ
ਬੰਗਲਾਦੀਪ ਤੋਂ ਫਿਰ ਅੱਗੇ ਚੱਲੇ ਹਨ। ਪੂਜਾ ਨਿਰਪਕੀ ਸ੍ਰੀ ਗੁਰ ਪਾਛੇ। ਤੋ ਸਤਿਗੁਰੂ ਜੀ ਜਦੋਂ ਆ ਗਏ ਨੇ ਤੇ ਆਪਣੇ ਥਾਂ ਤੇ ਰਾਜੇ ਸ਼ਿਵਨਾਮ ਨੂੰ ਟਿਕਾ ਦਿੱਤਾ। ਹੁਣ ਰਾਜੇ ਸ਼ਿਵਨਾਮ ਦੀ ਉਸੇ ਤਰ੍ਹਾਂ ਹੀ ਪੂਜਾ ਸ਼ੁਰੂ ਹੋ ਗਈ। ਸਰਬ ਦੇਸ਼ ਕਰ ਹੀ ਵਿਦ ਆਛੇ। ਸਾਰਾ ਹੀ ਦੇਸ਼ ਜਿਹੜਾ ਹੁਣ ਇਸ ਤਰੀਕੇ ਨਾਲ ਇਸ ਨੂੰ ਆਪਣਾ ਮੁਖੀ ਮੰਨਦਾ ਹੈ। ਵਰ ਪਾਵੇ ਜੋ ਜਿਹੇ ਮਨ ਭਾਵਾ। ਜੋ ਵੀ ਮਨ ਭਾਉਂਦਾ ਕੋਈ ਦਾਤ ਮੰਗਦਾ ਆਣ ਕਰਕੇ ਉਹਨੂੰ ਵਰ ਮਿਲ ਜਾਂਦਾ। ਜੋ ਮੁਖ ਤੋਂ ਕਹਿੰਦਾ ਸੱਚ ਹੋ ਜਾਂਦਾ ਕਰੇ ਹੈ। ਸਦਾ ਸਤ ਸੰਗ ਸੁਹਾਵਾ। ਉਹ ਸਾਰੇ ਹੀ ਇਸ ਪ੍ਰਕਾਰ ਇਹ ਰਾਜਾ ਸਦਾ ਹੀ ਹੁਣ ਸਤ ਸੰਗਤ ਵਿੱਚ ਜੁੜ ਗਿਆ ਹੈ। ਸਤ ਸੰਗਤ ਕਰਦਾ ਸੋਭਨੀਕ। ਸਵਈਆ ਦੇਸ ਤਿਸੀ ਜਗਦੇਸ਼ ਗਏ। ਮੇਰੇ ਸਤਿਗੁਰੂ ਜਗਤ ਈਸ਼ਵਰ ਸਤਿਗੁਰੂ ਜੀ ਉਸ ਤੋਂ ਬਾਅਦ ਉਸ ਦੇਸ਼ ਵਿੱਚ ਗਏ ਹਨ ਜਹ ਅੰਗਨਾ ਰਾਜ ਕਰੈ ਪੁਨ ਮਾਹੀ। ਜਿੱਥੇ ਇਸ ਪ੍ਰਕਾਰ ਔਰਤਾਂ ਹੀ ਜਿਹੜੀਆਂ ਸਨ ਉਹ ਰਾਜ ਕਰਿਆ ਕਰਦੀਆਂ ਸਨ। ਮੈਂ ਮਰਦਾਨਾ ਦੋ ਪਛਚਾਤ। ਤੋ ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਚੱਲੇ ਹਾਂ। ਚਲੇ ਗੁਰੂ ਨਾਨਕ ਆਗੇ ਸੋ ਜਾਹੀ। ਅੱਗੇ ਗੁਰੂ ਨਾਨਕ ਸਾਹਿਬ ਜਾ ਰਹੇ ਨੇ, ਪਿੱਛੇ ਪਿੱਛੇ ਅਸੀਂ ਜਾ ਰਹੇ ਹਾਂ। ਤੰਬ ਨਸਾਮਨ ਨਾਮ ਜਪਾਵਨ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਜਿੱਥੇ ਜਿੱਥੇ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਪਖੰਡ ਚੱਲਿਆ ਹੋਇਆ ਸੀ ਦੁਨੀਆ ਤੋਂ ਪੂਜਾ ਕਰਾਉਣ ਵਾਸਤੇ, ਗੁਰੂ ਨਾਨਕ ਸਾਹਿਬ ਉੱਥੇ ਪਹੁੰਚਦੇ ਨੇ। ਉਹਨਾਂ ਦਾ ਪਖੰਡ ਦੂਰ ਕਰਕੇ ਉਹਨਾਂ ਨੂੰ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਜੋੜਦੇ ਹਨ। ਇਸ ਲਈ ਮੇਰੇ ਸਤਿਗੁਰੂ ਜੀ ਉਸ ਦੇਸ਼ ਵਿੱਚ ਗਏ ਹਨ। ਜਾਵਨ ਕਾਰਨ ਆਨ ਕੋ ਨਾਹੀ। ਉੱਥੇ ਜਾਣ ਦਾ ਮੇਰੇ ਗੁਰੂ ਨਾਨਕ ਦਾ ਹੋਰ ਕੋਈ ਕਾਰਨ ਨਹੀਂ ਸੀ, ਸਿਰਫ ਉਹਨਾਂ ਨੂੰ ਸੋ ਇਸ ਪ੍ਰਕਾਰ ਸਿੱਧਾ ਮਾਰਗ ਪਰਮੇਸ਼ਵਰ ਦੀ ਭਗਤੀ ਦਾ ਸਮਝਾਉਣਾ ਸੀ। ਪਾਵਕ ਸਾਗਰ ਹੀਰ ਅਗਾਹ। ਮੇਰੇ ਸਤਿਗੁਰੂ ਨੇ ਤੱਕਿਆ ਹੈ ਇਹ ਪਾਵਕ ਸਾਗਰ ਅਗਨ ਸਾਗਰ ਬੂੜਤ ਸੰਸਾਰ, ਇਹ ਸੰਸਾਰ ਅੱਗ ਦਾ ਸਮੁੰਦਰ ਜਾਣ ਕੇ ਕੀਓ ਹਰ ਕੀਰਤ ਸੇਤ ਕੋ ਤਾਹੀ। ਮੇਰੇ ਸਤਿਗੁਰੂ ਜੀ ਨੇ ਪਰਮੇਸ਼ਵਰ ਹਰ ਕੀਰਤ ਹਰੀ ਪਰਮੇਸ਼ਵਰ ਦਾ ਕੀਰਤੀ ਜਸ ਦਾ ਪੁਲ ਬੰਨਿਆ ਮਾਰੇ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ। ਪੂਰਹ ਤੋਂ ਪੁਰ ਨਾਰ ਨਰੇਸ਼ਨ। ਇਸ ਪ੍ਰਕਾਰ ਸੋ ਕਹਿੰਦੇ ਉਸ ਇਲਾਕੇ ਦੇ ਵਿੱਚ ਬਹੁਤ ਸਾਰਾ ਰਾਜ ਜਿਹੜਾ ਸੀ ਉਹ ਔਰਤਾਂ ਦਾ ਹੀ ਸੀ। ਤਾਹੀ ਕੇ ਮੱਧ ਗਏ ਗਤ ਦਾਨੀ। ਮੁਕਤੀ ਦੇ ਦਾਤਾ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੇਸ਼ ਵਿੱਚ ਚਲੇ ਗਏ ਹਨ। ਬੀਥ ਕਾ ਹੀਰ ਪਰੇ ਬਿਪਨੀ ਪੁਨ। ਤੋ ਇਸ ਪ੍ਰਕਾਰ ਉਸ ਸ਼ਹਿਰ ਦੀਆਂ ਗਲੀਆਂ ਦੇਖੀਆਂ, ਉਹਦੇ ਵਿੱਚ ਇਸ ਪ੍ਰਕਾਰ ਦੁਕਾਨਾਂ ਦੇਖੀਆਂ। ਆਪਨ ਭਾਂਤ ਅਨੇਕਨ ਠਾਨੀ। ਦੇਖਿਆ ਭਈ ਆਪਨ ਹੱਟੀਆਂ ਅਨੇਕ ਪ੍ਰਕਾਰ ਦੀਆਂ ਬਾਜ਼ਾਰ ਸਜਿਆ ਹੋਇਆ ਦੇਖਿਆ। ਬੈਨ ਭਨੇ ਮਰਦਾਨੇ ਤਬੈ। ਤਦੋਂ ਮਰਦਾਨੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ ਮੁਝ ਆਇਸ ਦੇਹੋ ਪੀਵੋ ਕਿਤ ਪਾਣੀ। ਗਰੀਬ ਨਵਾਜੀ ਪਿਆਸ ਲੱਗੀ ਹੈ, ਮੈਨੂੰ ਆਗਿਆ ਦਿਓ ਤੇ ਮੈਂ ਇੱਥੋਂ ਕਿਤੋਂ ਮਹਾਰਾਜ ਪਾਣੀ ਪੀ ਲਵਾਂ ਜੀ। ਲਾਗ ਪਿਆਸ ਰਹੀ ਮੁਖ ਸੂਕਤ। ਮੁਖ ਸੁੱਕਦਾ ਜਾਂਦਾ, ਮਹਾਰਾਜ ਪਿਆਸ ਲੱਗੀ ਹੋਈ ਆ, ਕਿਰਪਾ ਕਰੋ। ਆਪ ਚਲੋ ਰਲ ਜਾਉ ਸੰਗਾਨੀ। ਤੇ ਤੁਸੀਂ ਮਹਾਰਾਜ ਜੀ ਅੱਗੇ ਜਾ ਰਹੇ ਹੋ, ਤੁਸੀਂ ਚਲੋ ਤੇ ਮੈਂ ਪਾਣੀ ਪੀ ਕੇ ਭੱਜ ਕੇ ਤੁਹਾਡੇ ਨਾਲ ਰਲ ਜਾਊਂਗਾ। ਦੋਹਰਾ ਇਹ ਬਿਦ ਬਦ ਕਰ ਬਦਨ ਤੇ। ਇਸ ਤਰ੍ਹਾਂ ਮੂੰਹ ਤੋਂ ਆਖ ਕਰਕੇ ਬਚਨ ਲੈ ਦੁਖ ਕਦਨ ਰਜਾਏ। ਤੋ ਦੁੱਖਾਂ ਦੇ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਦੇ ਰਜਾਏ ਆਗਿਆ ਲੈ ਲਈ ਮਰਦਾਨੇ ਨੇ। ਗਇਓ ਸੰਗ ਤਜ ਸਦਨ ਇੱਕ। ਤੋ ਸਤਿਗੁਰੂ ਜੀ ਦੇ ਨਾਲੋਂ ਸੋ ਗੁਰੂ ਦਾ ਸਾਥ ਛੱਡ ਕਰਕੇ ਇੱਕ ਘਰ ਵਿੱਚ ਜਾ ਕਰਕੇ ਇਸ ਨੇ ਕਿਹਾ ਜਾਚਿਓ ਜਲ ਮੁਝ ਪਿਆਏ। ਜਾ ਕੇ ਦਰਵਾਜ਼ੇ ਤੇ ਖੜੋ ਕੇ ਅਰਜ਼ ਕੀਤੀ ਵੀ ਪਿਆਸ ਲੱਗੀ ਆ, ਪਾਣੀ ਪਿਆ ਦਿਓ ਮੈਨੂੰ। ਸਵਈਆ ਏਕ ਤੀ ਹੁਤੀ ਤਿੰਨ ਬੋਲ। ਤੋ ਕਹਿੰਦੇ ਨੇ ਉੱਥੇ ਇੱਕ ਔਰਤ ਸੀ ਘਰ ਵਿੱਚ, ਤਾਂ ਉਸ ਨੇ ਉਸਨੇ ਬੁਲਾ ਲਿਆ ਹੈ ਤੋ ਮਰਦਾਨੇ ਨੂੰ। ਲਿਓ ਤੁਮ ਅੰਤਰ ਆਨ ਕਰੋ ਜਲ ਪਾਨਾ। ਤੇ ਉਸ ਨੂੰ ਬੋਲ ਲਿਆ ਤੇ ਕਹਿ ਕੇ ਕਹਿਣ ਲੱਗੇ ਆ ਜਾਓ ਅੰਦਰ ਆਣ ਕੇ ਜਲ ਛਕ ਲਓ। ਕਿਤ ਦੇਸ ਰਹੋ ਕਿਤ ਜਾਵੋਗੇ। ਗੱਲੀ ਪਾ ਲਿਆ ਤੁਸੀਂ ਕਿੱਥੇ ਦੇਸ਼ ਰਹਿੰਦੇ ਹੋ, ਕਿਹੜੇ ਇਲਾਕੇ 'ਚ, ਹੁਣ ਕਿੱਧਰ ਨੂੰ ਜਾ ਰਹੇ ਤੁਸੀਂ। ਨਿਜ ਨਾਮ ਬਤਾਵੋ ਭਾਗ ਸੁਜਾਨਾ। ਤੂੰ ਤੇ ਬੜਾ ਸਿਆਣਾ ਲੱਗਦਾ ਹੈ, ਆਪਣਾ ਨਾਮ ਦੱਸ ਤੇਰਾ ਕੀ ਹੈ। ਤਵ ਰੂਪ ਅਪੂਰਬ ਹੀਰਤ ਹਾਂ। ਮੈਂ ਦੇਖਦੀ ਆ ਤੂੰ ਸਾਡੇ ਇਸ ਇਲਾਕੇ ਦਾ ਬੰਦਾ ਨਹੀਂ, ਅਪੂਰਬ ਤੁਹਾਡਾ ਕੋਈ ਨਵਾਂ ਓਪਰਾ ਰੂਪ ਹੈ। ਇਵ ਬੈਨ ਭਨੈ ਪੁਨ ਤਾਂ ਸਨਮਾਨ। ਇਉਂ ਬਚਨ ਕਰਕੇ ਬੜਾ ਸਤਿਕਾਰ ਕੀਤਾ ਮਰਦਾਨੇ ਦਾ। ਸੁਨਿਓ ਇਹ ਅੰਤਰ ਜਾਤ ਭਇਓ। ਇਹ ਗੱਲਾਂ ਸੁਣ ਕਰਕੇ ਮਰਦਾਨਾ ਅੰਦਰ ਚਲਾ ਗਿਆ ਵੀ ਪਾਣੀ ਦੇਣਗੇ ਮੈਂ ਪੀ ਲਵਾਂਗਾ। ਤਹ ਬੈਸ ਗਇਓ ਮਚ ਪੈ ਮਰਦਾਨਾ। ਤੇ ਪਲੰਘਾ ਸੀਗਾ ਉੱਥੇ ਬਿਠਾ ਲਿਆ ਇਸਦੇ ਤਾਂ ਹੀ ਮਰਦਾਨਾ ਬਹਿ ਗਿਆ ਪਲੰਘੇ ਤੇ। ਦੇਸ਼ ਪੰਜਾਬ ਲਖੋ ਧਰ ਦੂਰ ਸੋ। ਤੋ ਕਹਿਣ ਲੱਗਾ ਜੀ ਪੰਜਾਬ ਦੇਸ਼ ਹੈ, ਧਰਤੀ ਉੱਤੇ ਬਹੁਤ ਦੂਰ ਸਾਡਾ
ਕਾਕਾ ਹੈ। ਨਾਮ ਹਮਾਰ ਹੈ ਮਰਦਾਨਾ, ਤੇ ਮੇਰਾ ਨਾਮ ਮਰਦਾਨਾ ਹੈ। ਕੇਵਲ ਕਾਰਨ ਦੇਸ਼ਨ ਦੇਖਨ, ਬਸ ਇਲਾਕਿਆਂ ਨੂੰ ਦੇਸ਼ਾਂ ਨੂੰ ਦੇਖਣ ਵਾਸਤੇ ਹੀ, ਕਾਜ ਨ ਆਨਹਿ ਕੀਨ ਭਿਆਨਾ। ਹੋਰ ਸਾਡਾ ਕੋਈ ਕੰਮ ਨਹੀਂ ਹੈ, ਸਿਰਫ ਅਸੀਂ ਇਲਾਕਿਆਂ ਨੂੰ ਦੇਖਦੇ ਦਰਸ਼ਨ ਕਰਦੇ ਹਾਂ। ਸੋ ਸੁਨ ਪਾਨ ਪਿਆਵਨ ਕੀ, ਸੋ ਇਸ ਪ੍ਰਕਾਰ ਸੋ ਕਹਿੰਦੇ ਨੇ ਉਸ ਔਰਤ ਨੇ ਸੋ ਪਾਣੀ ਪਿਆਉਣ ਦਾ ਬਹਾਨਾ ਕਰਕੇ ਮਿਸ ਗਰੀਬ ਮੈਂ ਤੰਤ ਕੋ ਡਾਰ ਬੰਧਾਨਾ, ਤਾਂ ਉਸ ਨੇ ਕੀ ਕੀਤਾ, ਆਪਣਾ ਜਾਦੂ ਦਾ ਟੂਣੇ ਦਾ ਧਾਗਾ ਪਾ ਕਰਕੇ ਇਹਦੇ ਗਲ ਵਿੱਚ ਪਾ ਦਿੱਤਾ। ਇੰਡਕ ਭਾ ਪਲਟੀ ਨਰ ਦੇਹ, ਇਸ ਨੇ ਆਪਣੇ ਤੰਤਰ ਵਿਦਿਆ ਦੇ ਨਾਲ ਮਰਦਾਨੇ ਨੂੰ ਜਿਤਨਾ ਹਿਪਨੋਟਾਈਜ਼ ਕਰੀਦਾ ਹੈ, ਇਸ ਤਰੀਕੇ ਨਾਲ ਇਸ ਨੂੰ ਸੋ ਇਸ ਪ੍ਰਕਾਰ ਬਣਾ ਲਿਆ ਜਿਵੇਂ ਮਰਦਾਨਾ ਸਮਝਦਾ ਵੀ ਜਿਵੇਂ ਮੈਂ ਭੇਡੂ ਹਾਂ, ਇਸ ਪ੍ਰਕਾਰ ਭੇਡੂ ਬਣਾ ਲਿਆ ਸਮਝੋ। ਕਰੂਪ ਭਇਓ ਮੁਖ ਬੋਲ ਤੇ ਆਨਾ, ਹੁਣ ਇਸ ਪ੍ਰਕਾਰ ਕਹਿੰਦੇ ਰੂਪੋਂ ਕਰੂਪ ਹੋ ਗਿਆ, ਹੋਰ ਹੀ ਤਰ੍ਹਾਂ ਬੋਲਣ ਲੱਗ ਪਿਆ ਹੈ। ਚੰਚਲ ਨਾਰ ਚਲਿੱਤਰ ਸੋ ਕਰ, ਤਾਂ ਇਸ ਪ੍ਰਕਾਰ ਇਹਨਾਂ ਲੋਕਾਂ ਦਾ ਕੰਮ ਹੀ ਇਹ ਸੀ, ਜਾਦੂ ਦੇ ਆਸਰੇ ਹੀ ਇਹ ਰਾਜ ਕਰਦੀਆਂ ਸਨ। ਤੇ ਇਸ ਤਰੀਕੇ ਦੇ ਨਾਲ ਮਰਦਾਨੇ ਤੇ ਜਾਦੂ ਕਰ ਲਿਆ ਇਸਨੇ। ਤਾਮਨ ਲੈ ਕਰ ਤਾਂ ਸ਼ਿਨ ਮਾਹੀ, ਉਸ ਵੇਲੇ ਟਾਮਨ ਟੂਣਾ ਕਰ ਦਿੱਤਾ ਇਸ ਦੇ ਉੱਤੇ। ਗਰੀਬ ਵਿਖਿਆ ਤਿਨ ਬਾਂਧ ਲਈ ਪੁਨ, ਫਿਰ ਕਹਿੰਦੇ ਇਸ ਤਰ੍ਹਾਂ ਇਹਦੇ ਗਲ ਦੇ ਵਿੱਚ ਪਾ ਲਿਆ ਹੈ, ਬੰਨ ਲਿਆ ਇਸ ਨੂੰ। ਮੇਖ ਕੇ ਸੰਗ ਦਈ ਗੱਠ ਤਾਹੀ, ਤੋ ਰੱਸੀ ਪਾ ਕਰਕੇ ਇਸ ਨੂੰ ਕਿੱਲੇ ਨਾਲ ਬੰਨ ਲਿਆ ਹੈ। ਆਪ ਚੱਲੀ ਘਟ ਸੀਸ ਧਰਾ, ਤੋ ਇਸ ਤਰੀਕੇ ਦੇ ਨਾਲ ਘੜਾ ਸਿਰ ਤੇ ਰੱਖ ਕਰਕੇ ਪਾਣੀ ਲੈਣ ਚਲੇ ਗਈ ਆਪ। ਜਲ ਲੇਵਨ ਕੋ ਉਤਪਾਨ ਜਹਾਂ ਹੀ, ਜਿੱਥੇ ਖੂਹ ਸੀ ਖੂਹ ਤੋਂ ਪਾਣੀ ਲੈਣ ਵਾਸਤੇ ਗਈ ਹੈ। ਬੈਸ ਰਿਓ ਬਸ ਕੋ ਨਾ ਚਲੇ, ਤੋ ਕਹਿੰਦੇ ਨੇ ਇਸ ਪ੍ਰਕਾਰ ਮਰਦਾਨਾ ਬੈਠ ਗਿਆ, ਕੋਈ ਵਸ ਨਹੀਂ ਚੱਲਦਾ ਵੀ ਕੀ ਕਰਾਂ ਹੁਣ। ਬਸ ਟਾਮਨ ਕੈ ਫਸ ਫਾਂਸਨ ਮਾਹੀ, ਫਾਹੀ ਵਿੱਚ ਪਿਆ ਗਿਆ ਹੈ, ਟੂਣਾ ਹੋ ਗਿਆ ਇਸ ਤੇ। ਬਾਲਾ ਕਹਿ ਸੁਨ ਅੰਗਤ ਜੀ, ਬਾਲਾ ਕਹਿਣ ਲੱਗਾ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ। ਔਰ ਬਾਹਰ ਬੈਸ ਰਹੇ ਜਗ ਸੁਆਮੀ, ਸਤਿਗੁਰੂ ਪਾਤਸ਼ਾਹ ਜੀ ਬਾਹਰ ਬੈਠ ਗਏ ਹਨ ਜਾ ਕਰਕੇ ਸਵਾਮੀ ਜੀ। ਏਕ ਮਹੂਰਤ ਬੀਤ ਗਇਓ ਬਿਦ, ਇਸ ਤਰੀਕੇ ਨਾਲ ਜਦੋਂ ਇੱਕ ਮਹੂਰਤ 2 ਘੜੀਆਂ ਦਾ ਸਮਾਂ ਗੁਜ਼ਰ ਗਿਆ ਹੈ ਤਾਂ ਜਾਣਤ ਭੇ ਸਭ ਅੰਤਰ ਜਾਮੀ, ਮੇਰੇ ਅੰਤਰਜਾਮੀ ਗੁਰੂ ਸਾਹਿਬ ਜੀ ਜਾਣ ਗਏ, ਕਿਉਂਕਿ ਗੁਰੂ ਨੇ ਕੋਈ ਬਹਾਨਾ ਬਣਾ ਕਰਕੇ ਹੀ ਇਹਨਾਂ ਲੋਕਾਂ ਦਾ ਭਲਾ ਕਰਨਾ ਸੀ। ਬਿਆਨ ਭਨੇ ਗੁਣ ਐਨ ਪ੍ਰਭੂ, ਗੁਣਾਂ ਦੇ ਖਜ਼ਾਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਮਰਦਾਨਾ ਨਾ ਆਇਓ ਰਹਿਓ ਕਿਹ ਕਾਮੀ, ਤੋ ਕਹਿਣ ਲੱਗੇ ਬਾਲਾ ਜੀ ਭਾਈ ਮਰਦਾਨਾ ਮੁੜਿਆ ਨਹੀਂ, ਪਤਾ ਨਹੀਂ ਕੀ ਕੰਮ ਹੋ ਗਿਆ ਹੈ। ਕੋਈ ਕਿਦੋ ਅਗਲੀ ਬਿਦ ਤਾਂ ਸੰਗ, ਤੇ ਸਾਨੂੰ ਇਉਂ ਲੱਗਦਾ ਜਿਵੇਂ ਅੱਗੇ ਹੋਏ ਸੀ ਮਰਦਾਨੇ ਨਾਲ, ਕਿਤੇ ਉਹੋ ਜੀ ਗੱਲ ਬਣ ਗਈ ਲੱਗਦੀ ਹੈ ਹੈ। ਨਗਰੀ ਸਗਰੀ ਇਹ ਖਾਮੀ, ਇਹ ਸਾਰੀ ਹੀ ਨਗਰੀ ਖਾਮੀ ਕਚਿਆਈ ਵਾਲੀ ਹੈ, ਇਹ ਜਾਦੂ ਟੂਣਿਆਂ ਵਾਲਾ ਦੇਸ਼ ਹੈ। ਨਿਗੁਰੇ ਨਾਰ ਮੂਰਖ ਸੇ ਲਖੀਏ, ਇਹ ਲੋਕ ਨਿਗੁਰੇ ਤੇ ਮੂਰਖ ਲੋਕ ਹਨ, ਇਹਨਾਂ ਨੂੰ ਕੋਈ ਸੋਝੀ ਨਹੀਂ ਹੈ। ਇਸ ਵਾਸਤੇ ਇਹ ਇਸ ਪ੍ਰਕਾਰ ਭੂਤਾਂ ਪ੍ਰੇਤਾਂ ਦੇ ਟੂਣੇ ਟਾਮਣਾ ਦੇ ਜਾਲ ਵਿੱਚ ਫਸੇ ਹੋਏ ਨੇ। ਬਹੁਤ ਚੋਖਤਾ ਜੋਰ ਸੁਸ਼ੀਲ ਬਹੀਨਾ, ਧਰਮ ਤੋਂ ਬਿਨਾਂ ਇਹ ਔਰਤਾਂ ਜਿਹੜੀਆਂ ਨੇ ਇਸ ਤਰੀਕੇ ਨਾਲ ਟੂਣੇ ਟਾਮਣਾ 'ਚ ਹੀ ਲੱਗੀਆਂ ਹੋਈਆਂ। ਪਰ ਚਾਵਤ ਰਾਗ ਸੁਨਾਵਤ ਥੋ, ਤੋ ਕਹਿੰਦੇ ਮਰਦਾਨਾ ਸਾਡਾ ਚੰਗਾ ਸੀ, ਰਾਗ ਸੁਣਾਉਂਦਾ ਸੀ, ਅਸੀਂ ਸ਼ਬਦ ਬਾਣੀ ਗਾਉਂਦੇ ਸੀ, ਸੋਹਣਾ ਮਨ ਪਰਚਦਾ ਸੀ। ਸਾਵਤ ਸੋ ਕਿਨ ਬੰਧਨ ਕੀਨਾ, ਸਾਨੂੰ ਥੋੜਾ ਤੋ ਖੁਸ਼ ਕਰਦਾ ਸੀ। ਕਹਿੰਦੇ ਪਤਾ ਨਹੀਂ ਬੰਨ ਲਿਆ ਕਿਸੇ ਨੇ ਸਾਡੇ ਮਰਦਾਨੇ ਨੂੰ। ਚਲੀਏ ਸੁਧ ਲਿਓ ਅਬੈ ਤਿਸ ਕੀ, ਚੱਲ ਫਿਰ ਭਾਈ ਬਾਲਾ ਚਲੀਏ ਜਾ ਕੇ ਖਬਰ ਲਈਏ ਆਪਣੇ ਮਰਦਾਨੇ ਦੀ। ਮੁਖ ਭਾਖ ਗਤੇ ਨਾ ਪਿਖੈ ਦੁਖ ਦੀਨਾ, ਤਾਂ ਕਹਿੰਦੇ ਨੇ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਜੋ ਕਿਸੇ ਦੀਨ ਗਰੀਬ ਦਾ ਦੁੱਖ ਦੇਖ ਨਹੀਂ ਸਕਦੇ, ਗੁਰੂ ਨਾਨਕ ਸਾਹਿਬ ਜੀ ਆਪ ਚੱਲ ਪਏ ਹਨ। ਜਿਸ ਬਾਸ ਹੋਤੋ ਤਿਸ ਗਾਤ ਰਥਿਆ, ਤੋ ਇਸ ਪ੍ਰਕਾਰ ਜਿਸ ਬੀਤ ਗਲੀ ਦੇ ਵਿੱਚ ਸੋ ਮਰਦਾਨੇ ਨੂੰ ਬੰਨਿਆ ਹੋਇਆ ਸੀ, ਗੁਰੂ ਪਾਤਸ਼ਾਹ ਉਸ ਗਲੀ ਦੇ ਵਿੱਚ ਦੀ ਚੱਲ ਪਏ ਹਨ। ਤਰੇ ਸੋ ਮਿਲੀ ਸਿਰ ਪੈ ਘਟ ਲੀਨਾ, ਉਹੀ ਔਰਤ ਜਿਹੜੇ ਸੀ ਉਹਨੇ ਉਹ ਘੜਾ ਪਾਣੀ ਦਾ ਖੂਹ ਤੋਂ ਭਰ ਕੇ ਲਿਆਈ ਸੀ, ਉਹੀ ਅੱਗੇ ਮਿਲ ਪਈ ਗੁਰੂ ਸਾਹਿਬ ਜੀ ਨੂੰ। ਅਬਿਤ ਸ੍ਰੀ ਗੁਰੂ ਨਿਹਾਰ, ਧੰਨ ਗੁਰੂ ਪਾਤਸ਼ਾਹ ਜੀ ਨੇ ਤੱਕਿਆ, ਬੂਝੀ ਬਚਨ ਉਚਾਰ, ਉਚਾਰਨ ਕਰਕੇ ਉਸ ਨੂੰ ਪੁੱਛਿਆ ਹੈ, ਸੋ ਮਾਨਵ ਹਮਾਰ, ਸਾਡਾ ਭਾਈ ਇੱਕ ਬੰਦਾ ਆਇਆ ਇੱਧਰ, ਏਕ ਆਇਓ ਇਹ ਥਾਨ ਕੋ, ਇਸ ਪਾਸੇ ਨੂੰ ਸਾਡਾ ਇੱਕ ਆਦਮੀ ਆਇਆ ਸੀ, ਹਟ ਕੇ ਨਾ ਗਇਓ, ਮੁੜ ਕੇ ਵਾਪਸ ਮੁੜਿਆ
ਹੋਇਆ ਨਹੀਂ ਕੌਣ ਹੈ। ਜਾਣੇ ਕਹਾਂ ਭਇਓ, ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ। ਤਿਹ ਕਾਜ ਨਹਿ ਕਛੂ, ਉਹਦਾ ਹੋਰ ਕੋਈ ਕੰਮ ਤਾਂ ਹੈ ਹੀ ਨਹੀਂ ਸੀ। ਹੇਤ ਆਇਓ ਪਾਣੀ ਪਾਨ ਕੋ, ਪਾਣੀ ਪੀਣ ਵਾਸਤੇ ਆਇਆ ਸੀ। ਇੱਧਰ ਉਸੇ ਔਰਤ ਨੂੰ ਪੁੱਛਦੇ ਹਨ ਜਿਸ ਨੇ ਟੂਣਾ ਕੀਤਾ ਕੀ ਸੀ। ਕਹਿ ਬੈਨ, ਤੀ ਉਹ ਔਰਤ ਜਿਹੜੀ ਆ ਉਹ ਬਚਨ ਕਹਿੰਦੀ ਅੱਗੋਂ ਮਹਾਰਾਜ ਨੂੰ, ਇਹਾਂ ਨਰ ਕੋ ਹੈ ਨਾ, ਇੱਥੇ ਤੇ ਮਹਾਰਾਜ ਬੰਦਾ ਕੋਈ ਨਹੀਂ ਉੱਪਰ ਸਾਡੇ ਕੋਲ। ਤਮ ਆਖ ਹੋ ਨਾ ਦੇਖਿਓ, ਅਸੀਂ ਤਾਂ ਅੱਖਾਂ ਨਾਲ ਵੇਖਿਆ ਹੀ ਨਹੀਂ, ਝੂਠ ਹੀ ਬੋਲਿਆ ਇਸਨੇ। ਗਇਓ ਥਾਨ ਕਿਤ ਆਨ, ਹੋਰ ਕਿਤੇ ਗਿਆ ਹੋਣਾ ਜੀ, ਸਾਨੂੰ ਨਹੀਂ ਪਤਾ। ਇਉਂ ਮਹਾਰਾਜ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ। ਆਗੇ ਜਾਏ ਹੋਰੋਪੁਰ, ਅੱਗੇ ਜਾ ਕੇ ਮਹਾਰਾਜ ਦੇਖ ਲਓ ਪੁਰੀ ਦੇ ਵਿੱਚ ਰਹਿ ਨਹੀਂ ਕਹੂੰ ਦੌਰ, ਉਹ ਕਿਤੇ ਛੁਪ ਤੇ ਨਹੀਂ ਗਿਆ ਜੀ, ਇੱਥੇ ਹੀ ਹੋਊਗਾ ਜੇ ਆਇਆ ਸੀ ਤਾਂ। ਸੁਨੇ ਮਰਦਾਨੇ ਗੁਰ ਬੈਨ ਦੇ ਕਾਨ ਕੋ, ਤੋ ਮਰਦਾਨਾ ਹੁਣ ਕੰਨ ਦੇ ਕੇ ਸੁਣੀ ਜਾਂਦਾ ਹੈ, ਕਿਉਂਕਿ ਦਰਵਾਜ਼ੇ ਦੇ ਬਾਹਰ ਗੱਲਾਂ ਹੋ ਰਹੀਆਂ ਨੇ। ਦੋਹਰਾ ਬਸ ਨਾ ਬਸਾਵੇ ਫਸੇ ਕੋ, ਤੋ ਮਰਦਾਨਾ ਫਸਿਆ ਹੈ, ਬਸ ਨਹੀਂ ਚੱਲਦਾ ਉਸਦਾ, ਬਾਸ ਵਿਖੇ ਬੰਧਾਨ, ਕਿਉਂਕਿ ਘਰ ਦੇ ਵਿੱਚ ਉਸਨੂੰ ਬੰਨਿਆ ਹੋਇਆ ਹੈ। ਭਿਆਂ ਭਿਆਂ ਭਨਹਿ ਸੁਨਾਵਈ, ਤੋ ਮੁਖ ਤੋਂ ਹੁਣ ਉਹੋ ਜੀ ਬੋਲੀ ਬੋਲਣ ਲੱਗ ਪੈਂਦਾ। ਡਾਕਟਰ ਭਾਈ ਵੀਰ ਸਿੰਘ ਹੁਣਾਂ ਨੇ ਇਸ ਪ੍ਰਕਾਰ ਇਸ ਗੱਲ ਨੂੰ ਸਿੱਧ ਕੀਤਾ ਵੀ ਜਿਸ ਤਰ੍ਹਾਂ ਮੈਸਮਰਿਜ਼ਮ ਵਾਲੇ ਆਪਣਾ ਪ੍ਰਭਾਵ ਪਾ ਕੇ ਤੋ ਉਹ ਕਿਸੇ ਨੂੰ ਵਸ ਕਰ ਲੈਂਦੇ ਨੇ, ਤੇ ਜੇ ਉਹਨੂੰ ਕਹਿੰਦੇ ਨੇ ਵੀ ਕੁੱਤੇ ਦੀ ਬੋਲੀ ਉਦਾਂ ਹੀ ਬੋਲੂ, ਜੇ ਉਸ ਨੂੰ ਕਹੇ ਤੂੰ ਹੁਣ ਭੇਡੂ ਦੀ ਬੋਲੀ ਬੋਲ, ਇਸ ਤਰ੍ਹਾਂ ਹੁਣ ਪਸ਼ੂ ਦੀ ਬੋਲੀ ਉਸੇ ਤਰ੍ਹਾਂ ਬੁਲਾਉਣ ਲੱਗ ਪੈਂਦੇ ਨੇ, ਉਹਦੇ ਤੇ ਐਸਾ ਅਸਰ ਕਰ ਦਿੰਦੇ ਨੇ। ਕਹਿੰਦੇ ਇਹੋ ਜਿਹੇ ਅਸਰ ਦਾ ਪ੍ਰਭਾਵ ਹੋਇਆ ਹੈ। ਭਗਤ ਵਸ਼ਲ ਕੇ ਭਿਆਂ ਭਿਆਂ ਭਨਹਿ ਸੁਨਾਵਈ, ਤੋ ਭਿਆਂ ਭਿਆਂ ਭੇਡੂ ਦੀ ਬੋਲੀ ਬੋਲ ਕਰਕੇ ਗੁਰੂ ਸਾਹਿਬ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਭਗਤ ਹੈ। ਵਸ਼ਲ ਕੇ ਕਾਨ, ਤੋ ਭਗਤਾਂ ਨੂੰ ਪਿਆਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਨੂੰ ਕੋਸ਼ਿਸ਼ ਕਰਕੇ ਸੁਣਾ ਰਿਹਾ ਵੀ ਮਹਾਰਾਜ ਨੂੰ ਪਤਾ ਲੱਗ ਜਾਏ ਵੀ ਮੈਂ ਇੱਥੇ ਹਾਂ। ਸਵਈਆ ਕਿਉਂ ਨਾ ਬਤਾਵਹਿ ਮਾਨਵ ਤੂੰ, ਤੋ ਮਹਾਰਾਜ ਕਹਿੰਦੇ ਨੇ ਕਿਉਂ ਨਹੀਂ ਭਾਈ ਤੂੰ ਦੱਸਦੀ ਹੈ ਸਾਡਾ ਬੰਦਾ ਕਿੱਥੇ ਹੈ। ਮੁਖ ਕੂਰ ਕਹਿ ਕਰ ਅੰਤਰ ਜਾਤੀ, ਤੋ ਕਹਿੰਦੇ ਨੇ ਤੂੰ ਝੂਠ ਬੋਲ ਰਹੀ ਹਾਂ ਇਸ ਪ੍ਰਕਾਰ ਤੇ ਘਰ ਨੂੰ ਤੁਰੀ ਜਾਂਦੀ ਹੈ, ਸਾਨੂੰ ਦੱਸ। ਹੈ ਇਹ ਥਾਨ ਸੁਨਿਓ ਹਮ ਕਾਨ, ਮਹਾਰਾਜ ਕਹਿੰਦੇ ਅਸੀਂ ਕੰਨਾਂ 'ਚ ਸੁਣਿਆ ਆਵਾਜ਼ ਆ ਰਹੀ ਆ ਸਾਡੇ ਬੰਦੇ ਦੀ, ਅੰਦਰ ਹੈ ਤੇਰੇ। ਬਰਿਓ ਜਲ ਪਾਨ ਕੇ ਹੇਤ ਤਿਖਾਤੀ, ਉਹਨੂੰ ਪਿਆਸ ਲੱਗੀ ਸੀ, ਪਾਣੀ ਪੀਣ ਵਾਸਤੇ ਤੁਹਾਡੇ ਘਰ ਵਿੱਚ ਵੜਿਆ ਹੈ। ਕੀ ਕਹਿ ਪ੍ਰਤੀਤ ਨਹੀਂ, ਤਾਂ ਔਰਤ ਕਹਿਣ ਲੱਗੀ ਮਹਾਰਾਜ ਜੇ ਤੁਹਾਨੂੰ ਭਰੋਸਾ ਨਹੀਂ ਹੈ ਪਰ ਤਾਂ ਅੰਤਰ ਹੀਰ ਲਵੋ ਭੁਲ ਭਾਂਤੀ, ਚੰਗੀ ਤਰ੍ਹਾਂ ਤੁਸੀਂ ਆਪ ਹੀ ਤਲਾਸ਼ੀ ਲੈ ਲਓ ਅੰਦਰ ਜਾ ਕੇ। ਨੀਚ ਨਿਕੇਤ ਦੁਰਾਇਓ ਨਹੀਂ, ਮੈਂ ਕਿਤੇ ਘਰ 'ਚ ਲੁਕਾ ਤੇ ਨਹੀਂ ਲਿਆ ਹੈ। ਹਮ ਬੋਲਤ ਜਿਉ ਪ੍ਰਤੀਤ ਨਾ ਪਾਤੀ, ਜੇ ਤੁਸੀਂ ਭਰੋਸਾ ਨਹੀਂ ਕਰਦੇ ਜਿਵੇਂ ਕਹਿ ਰਹੇ ਆ ਤਾਂ ਤੁਸੀਂ ਆਪ ਦੇਖ ਲਓ। ਦੋਹਰਾ ਚੰਚਲ ਤੀ ਕੇ ਚਲਤ ਲਖ, ਧੰਨ ਗੁਰੂ ਨਾਨਕ ਅੰਤਰਜਾਮੀ ਸਰਬ ਕਲਾ ਸਮਰੱਥ ਨੇ। ਇਹ ਚੰਚਲ ਔਰਤ ਦੇ ਇਹੋ ਜਿਹੇ ਕੌਤਕ ਨੂੰ ਮਹਾਰਾਜ ਨੇ ਸੁਣ ਕੇ ਦੇਖ ਕੇ ਦਲਤ ਸੀਲ ਸਤ ਜੌਨ, ਦੇਖਿਆ ਵੀ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੈ। ਇੱਕ ਸ਼ਲੋਕ ਕਿਹਾ ਕਮਲ ਮੁਖ, ਕਮਲ ਸਿਰੇ ਮੁਖ ਤੋਂ ਮੇਰੇ ਸਤਿਗੁਰੂ ਨੇ ਉਸ ਵੇਲੇ ਇੱਕ ਸ਼ਲੋਕ ਉਚਾਰਨ ਕੀਤਾ ਕਲਾ ਹੈ, ਦਿਖਾਈ ਤੌਨ, ਤੇ ਉਹ ਸ਼ਲੋਕ ਉਚਾਰਨ ਕਰਕੇ ਗੁਰੂ ਨਾਨਕ ਨੇ ਸਮਝੋ ਇਹ ਮੰਤਰ ਹੀ ਪੜ੍ਹ ਦਿੱਤਾ ਤੇ ਇਸ ਨੂੰ ਸ਼ਕਤੀ ਦਿਖਾਈ। ਫਿਰ ਮਹਾਰਾਜ ਨੇ ਆਪਣੀ ਸ਼ਲੋਕ ਕਲਰ ਕੀ ਬਣ ਜਾ ਰਹੀਆਂ, ਸ਼ਲੋਕ ਹਜੂਰ ਕਹਿੰਦੇ ਕੱਲਰ ਕੀ ਬਣ ਜਾ ਰਹੀਆਂ। ਭਈ ਇਹ ਜਿਹੜੇ ਤੁਸੀਂ ਇਹੋ ਜਿਹੇ ਲੋਕ ਹੈ, ਤੁਸੀਂ ਕੱਲਰ ਦੀਆਂ ਵਪਾਰੀ ਹੋ। ਕੱਲਰ ਜਿਹੜਾ ਇਸ ਪ੍ਰਕਾਰ ਧਰਤੀ ਵਿੱਚ ਫਜ਼ੂਲ ਹੁੰਦਾ ਹੈ। ਝੁੰਗੇ ਮੁਸਕ ਮਗੇਨ, ਤੇ ਕਹਿੰਦੇ ਝੁੰਗੇ ਦੇ ਵਿੱਚ ਹੀ ਮੁਸ਼ਕਪੂਰ ਮੰਗਦੀਆਂ ਨੇ। ਭਾਵ ਹੈ ਵੀ ਕੰਮ ਤੁਹਾਡੇ ਭੈੜੇ ਨੇ ਤੇ ਕਿੱਥੋਂ ਤੁਹਾਨੂੰ ਭਗਤੀ ਤੇ ਆਨੰਦ ਕਿੱਥੋਂ ਮਿਲ ਜੂਗਾ। ਅਮਲਾ ਬਾਝੋ ਨਾਨਕਾ, ਕਹਿੰਦੇ ਨੇ ਬਿਨਾਂ ਸ਼ੁਭ ਅਮਲਾਂ ਤੋਂ। ਸੋ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋ ਦੋਨੋਂ ਰੋਈ। ਕਹਿੰਦੇ ਜਦੋਂ ਤੱਕ ਬੰਦੇ ਦੇ ਅਮਲ ਕਰਮ ਚੰਗੇ ਨਹੀਂ ਹੁੰਦੇ ਹਨ, ਕਿਉਂ ਕਰ ਕੰਤ ਮਿਲੇਨ, ਇਸ ਤਰੀਕੇ ਨਾਲ ਪਰਮੇਸ਼ਵਰ ਦੀ ਪ੍ਰਾਪਤੀ ਜਾਂ ਆਪਣੇ ਸੁਹਾਗ ਭਾਗ ਦੀ ਕਿਵੇਂ ਪ੍ਰਾਪਤੀ ਹੋ ਸਕਦੀ ਹੈ। ਸਵਈਆ ਜਿਉ ਕਹਤੇ ਸਿਰ ਕੁੰਭ ਲੱਗਿਓ, ਮਹਾਰਾਜ ਨੇ ਬਚਨ ਉਚਾਰਿਆ ਤੇ ਘੜਾ ਪਾਣੀ ਦਾ ਉਹਦੇ ਸਿਰ ਨਾਲ ਜੁੜ ਗਿਆ ਜਾਦੂਗਰਨੀ ਦੇ। ਉਤਰੈ ਨਾ ਤਰੈ ਰਹੀ ਹਾਰ ਉਤਾਰੀ, ਬਥੇਰਾ ਜ਼ੋਰ ਲਾਇਆ ਸਿਰ ਤੋਂ ਘੜਾ ਪਾਣੀ ਦਾ, ਹੁਣ ਉਤਰਦਾ ਨਹੀਂ ਹੈ। ਝੂਠ ਬੋਲਿਆ ਗੁਰੂ ਨਾਨਕ ਨਾਲ। ਭਿਆਂ ਭਿਆਂ ਭਨੀ ਮਰਦਾਨੇ ਜਬੈ, ਜਦੋਂ ਮਰਦਾਨੇ ਨੇ ਉਧਰ ਆਪਣੀ ਬੋਲੀ ਬੋਲੀ ਹੈ ਤਾਂ ਕਹੋ ਵਾਹੋ ਗੁਰੂ ਗੁਰਬਾਣੀ ਉਚਾਰੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਜਿਉ ਭੰਤੇ ਕਰ ਤੰਤ ਗਈ ਟੁੱਟ, ਇਉਂ ਜਿਸ ਵੇਲੇ ਇਸ ਪ੍ਰਕਾਰ ਗੁਰੂ ਸਾਹਿਬ ਨੇ ਬਚਨ ਕੀਤਾ ਉਹਦੇ ਗਲ 'ਚ ਜਿਹੜਾ ਉਹ ਜਾਦੂ ਦਾ ਧਾਗਾ ਪਾਇਆ ਟੁੱਟ ਗਿਆ। ਆਤਨ ਮਾਨਵ ਟਾਮਨ ਟਾਰੀ, ਤੋ ਮਹਾਰਾਜ ਨੇ ਇਤਨਾ ਬਚਨ ਕਰਕੇ ਹੀ ਟੂਣਾ ਲਾ ਦਿੱਤਾ। ਸਾਧ ਸੰਗਤ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਬਰਾਬਰ ਕੋਈ ਮੰਤਰ ਨਹੀਂ ਪੁੱਜ ਸਕਦਾ, ਕਿਉਂਕਿ ਇਹ ਸਤਿਗੁਰੂ ਜੀ ਦੀ ਬਾਣੀ ਜਿਹੜੀ ਮੂਲ ਮੰਤਰ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ,
ਇਹ ਅਕਾਲ ਪੁਰਖ ਦੀ ਸੱਚਖੰਡ ਤੋਂ ਆਇਆ ਮੰਤਰ ਹੈ। ਬਾਕੀ ਜੋ ਵੀ ਕਿਸੇ ਦੇ ਮੰਤਰ ਬਣਾਏ ਸਭ ਥੱਲੇ ਨੇ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਹੀ ਉਸ ਦਾ ਸਾਰਾ ਅਸਰ ਜਿਹੜਾ ਦੂਰ ਹੋ ਗਿਆ। ਢੇਰ ਬਾਬ ਧਰੇ ਨਿਜ ਕੰਧ, ਮਰਦਾਨੇ ਨੇ ਆਪਣੀ ਰਵਾਬ ਚੁੱਕੀ ਮੋਢੇ ਤੇ। ਆਇਓ ਢਿੱਡ ਲੱਜਤ ਹੈ ਅਘਾਰੀ। ਤੋ ਮੇਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਿਆ ਤੇ ਸ਼ਰਮ ਨਾਲ ਨੇਤਰ ਨੀਵੇਂ ਕੀਤੇ। ਮਹਾਰਾਜ ਕੀ ਭਾਣਾ ਵਰਤਿਆ ਮੇਰੇ ਨਾਲ। ਉਨ ਨਾਰ ਕੀ ਸੀਸ ਪੈ ਕੁੰਭ ਲਗਾ। ਉਧਰ ਹੁਣ ਇਹ ਔਰਤ ਜਿਹੜੀ ਹੈ ਸੋ ਇਸ ਪ੍ਰਕਾਰ ਸਿਰ ਤੇ ਹੁਣ ਘੜਾ ਲੱਗ ਗਿਆ। ਗੁਰੂ ਸਾਹਿਬ ਨੇ ਦੇਖ ਲਵੇ ਹੁਣ ਲਾ ਲਓ ਜ਼ੋਰ ਜਿਹੜਾ ਲਾਉਣਾ ਤੁਸੀਂ ਆਪਣੇ ਮੰਤਰ ਪੜ੍ਹਨੇ ਜਿਹੜੇ। ਸਮਾਦ ਭਏ ਲੱਖ ਕਹਿ ਨਰ ਨਾਰੀ। ਤੇ ਜਿਸ ਵੇਲੇ ਖਬਰ ਨੇੜੇ ਤੇੜੇ ਸਰਵ ਆਂਢ ਗੁਆਂਢ ਨੂੰ ਹੋ ਗਈ ਜਿਸ ਵੇਲੇ ਤਾਂ ਕਹਿੰਦੇ ਸਾਰੇ ਹੈਰਾਨ ਹੋ ਗਏ ਹਨ। ਕੀਨ ਪ੍ਰਯਾਸ ਭਏ ਸਭ ਬਾਦ। ਤਾਂ ਸਾਰਿਆਂ ਨੇ ਆਪਣੇ ਜਿਹੜੇ ਸੀ ਜਿਹਨਾਂ ਦੇ ਕੋਲ ਮੰਤਰ ਟੂਣਾ ਜੰਤਰ ਸੀ ਸਾਰਿਆਂ ਆਪਣੇ ਮੰਤਰ ਪੜੇ ਯਤਨ ਕੀਤੇ ਹਨ। ਖਾਨ ਪਤੈ ਨਹਿ ਬੁੰਦ ਕੇ ਮਾਰੀ। ਤੋ ਕਹਿੰਦੇ ਇਸ ਪ੍ਰਕਾਰ ਕਹਿੰਦੇ ਨੇ ਭਈ ਕੋਈ ਪਾਣੀ ਦੀ ਬੂੰਦ ਮਾਰੇ ਤੇ ਕਿਹੜਾ ਪੱਥਰ ਭਿੱਜ ਜਾਂਦਾ ਹੈ। ਭਾਵ ਕਿ ਇਹਨਾਂ ਦੇ ਜਿਤਨੇ ਟੂਣੇ ਟਾਮਣ ਮੰਤਰ ਜੰਤਰ ਸੀ ਇੱਕ ਬੂੰਦ ਦੀ ਨਿਆਈ ਵੀ ਅਸਰ ਨਹੀਂ ਹੋਇਆ। ਘੜਾ ਸਿਰ ਤੋਂ ਲਾ ਨਹੀਂ ਸਕੇ ਇਹ। ਪੜ ਮੰਤਰਨ ਜੰਤਰਨ ਕੋ ਲਖ ਕਹਿ। ਤੋ ਬਥੇਰੇ ਆਪਣੇ ਜੰਤਰ ਮੰਤਰ ਤੰਤਰ ਧਾਗੇ ਤਵੀਤ ਸਭ ਕਰਕੇ ਦੇਖ ਲਏ ਇਹਨਾਂ ਨੇ। ਕਰ ਤੰਤਰਨ ਕੋ ਸਭ ਹੀ ਤੇ ਹਾਰੀ। ਸਭ ਔਰਤਾਂ ਜਾਦੂਗਰਨੀਆਂ ਇਕੱਠੀਆਂ ਹੋ ਗਈਆਂ। ਸਾਰਿਆਂ ਨੇ ਆਪਣੀ ਸ਼ਕਤੀ ਦਾ ਜ਼ੋਰ ਲਾ ਲਿਆ। ਘਟ ਕੂਟ ਸੋ ਬਾਣ ਉਪਾਏ ਚਲਾਵਤ। ਇਸ ਪ੍ਰਕਾਰ ਉਹ ਘੜੇ ਦੇ ਨਾਲ ਸੋ ਆਪਣੇ ਮੰਤਰ ਸਮਝੋ ਤੀਰ ਚਲਾਉਂਦੀਆਂ ਨੇ। ਖੰਡਤ ਹੋ ਨਾ ਚਲੈ ਉਪਚਾਰੀ। ਤੋ ਉਹ ਨਾ ਘੜਾ ਟੁੱਟਦਾ ਤੇ ਨਾ ਸਿਰ ਤੋਂ ਲੈਂਦਾ ਹੈ। ਤੇ ਇਸ ਪ੍ਰਕਾਰ ਇਹਨਾਂ ਦੇ ਸਾਰੇ ਯਤਨ ਜਿਹੜੇ ਸਾਰੇ ਹਾਰ ਗਏ ਹਨ। ਕਬਿਤ ਨੂਰ ਸ਼ਾਹ ਹੋਤੀ ਸਰਦਾਰ ਤਿਸ ਦੇਸ ਹੂੰ ਕੋਈ। ਤੋ ਇਸ ਪ੍ਰਕਾਰ ਤੋ ਜਦੋਂ ਇਹਨਾਂ ਸਾਰੀਆਂ ਜਾਦੂਗਰਨੀਆਂ ਨੇ ਆਪਣਾ ਜ਼ੋਰ ਲਾ ਲਿਆ, ਇਹਨਾਂ ਦੀ ਵੱਡੀ ਸਰਦਾਰਨੀ ਜਿਹੜੀ ਸੀ ਨਾ ਨੂਰ ਸ਼ਾਹ ਜਿਹੜੀ ਸੀ, ਹੁਣ ਉਹਨੂੰ ਬੁਲਾ ਕਰਕੇ ਉਹ ਹੁਣ ਯਤਨ ਕਰੇਗੀ। ਪਹਿਲਾਂ ਇਹ ਆਪਣਾ ਸਾਰਾ ਜ਼ੋਰ ਲਾ ਲੈਣਗੇ ਤੇ ਉਸ ਤੋਂ ਬਾਅਦ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨਗੇ ਇਹਨਾਂ ਲੋਕਾਂ ਤੇ। ਤੋ ਕਵੀ ਜੀ ਇਸ ਤਰੀਕੇ ਦੇ ਨਾਲ ਧੰਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋ ਕਿਹੜਾ ਯਤਨਾਂ ਦੇ ਨਾਲ ਇਸ ਧੁਰਕੀ ਬਾਣੀ ਦਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ। ਇਤਿਹਾਸ ਦੇ ਵਿੱਚੋਂ ਅਸੀਂ ਉਹਨਾਂ ਨੂੰ ਪਿਆਰਪੂਰਵਕ ਸਰਵਣ ਕਰ ਰਹੇ ਹਾਂ। ਤੋ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਬਖਸ਼ਿਸ਼ ਕਰਨ ਜੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਸਾਡਾ ਭਰੋਸਾ ਜੁੜੇ। ਅਸੀਂ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਸਤਸੰਗ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਮੇਲ ਦੀ ਦਾਤ ਪ੍ਰਾਪਤ ਹੋਵੇ। ਅਡ ਮੰਤਰਨ ਜੰਤਰਨ ਕੋ ਲਖ ਕੈ ਕਰ ਤੰਤਰਨ ਕੋ ਸਭ ਹੀ ਤੇ ਹਾਰੀ। ਘਟ ਕੂਟ ਸੋ ਬਾਨ ਉਪਾਏ ਚਲਾਵਤ ਖੰਡਤ ਹੋ ਨਾ ਚੱਲੈ ਉਪਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।